Hello and welcome to Kanchi TV. Kanchi TV ਦੇ ਸਪੈਸ਼ਲ ਹੋਮਿਓਪੈਥੀ ਨੇਚਰਸ ਕਾ ਸ਼ੋ ਤੇ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ। ਅੱਜ ਆਪਾਂ ਇੱਕ ਹੋਰ ਐਪੀਸੋਡ ਲੈ ਕੇ ਆਏ ਜਿੱਥੇ ਸਾਨੂੰ ਨਈ ਚੀਜ਼ਾਂ ਪਤਾ ਚੱਲੂਗੀ ਹੋਮਿਓਪੈਥੀ ਦੇ ਬਾਰੇ। ਪਹਿਲਾਂ ਤਾਂ ਮੈਂ ਸਾਰਿਆਂ ਨੂੰ once again ਥੈਂਕ ਯੂ ਕਰਨਾ ਚਾਹੁੰਦੀ ਹਾਂ ਜੋ ਬਹੁਤ ਸਾਡਾ ਸ਼ੋ ਦਾ ਸਪੋਰਟ ਦੇ ਰਹੇ ਆ। ਮੈਨੂੰ ਕਾਫੀ ਕਈ ਸਵਾਲ ਇੱਥੇ ਆਏ ਆ ਤਾਂ ਅੱਜ ਮੈਂ ਕੋਸ਼ਿਸ਼ ਕਰੂੰਗੀ as many questions I can fulfill today in this episode. So hello विनोद कुमार जी, किदा तुसी ठीक है? सत श्री अकाल सविता जी और सारे कांची टीवी ਦੇ ਸਾਰੇ व्यूअर ਨੂੰ ਮੇਰੀ ਪਿਆਰ ਭਰੀ ਸਤ श्री अकाल। That's brilliant. So ਪਹਿਲਾਂ ਮੈਂ ਇੱਦਾਂ ਸ਼ੁਰੂ ਕਰਨਾ ਚਾਹੂੰਗੀ। ਪਹਿਲਾ ਸਵਾਲ ਮੈਨੂੰ ਆਇਆ ਆ ਕਿ ਲੋਕੀ ਜਾਣਨਾ ਚਾਹੁੰਦੇ ਆ ਕਿ how many types of homeopathy ਹੈਗੀ ਆ। ਹਾਂਜੀ ਤੁਸੀਂ ਬਿਲਕੁਲ ਸਵਿਤਾ ਜੀ ਮੈਨੂੰ ਅਸੀਂ ਕਈ ਵਾਰ ਇਹ ਪ੍ਰੋਗਰਾਮ ਕੀਤਾ ਹਾਂਜੀ ਤੇ ਅਸੀਂ ਸਾਡਾ ਜਿਹੜਾ ਮਕਸਦ ਹੈਗਾ ਆ ਆਪਣਾ ਹੋਮਿਓਪੈਥਿਕ ਕੀ ਆ ਔਰ ਹੋਮਿਓਪੈਥਿਕ ਦੇ ਬਾਰੇ ਕਈ ਲੋਕਾਂ ਨੂੰ ਕਈ ਤਰ੍ਹਾਂ ਦੇ ਸਵਾਲ ਦੀ ਜਾਣਕਾਰੀ ਉਹਨਾਂ ਨੂੰ ਜਦ ਮਿਲੂਗੀ ਤਾਂ ਉਹਨਾਂ ਨੂੰ ਅੱਛਾ ਲੱਗੇਗਾ ਹਾਂਜੀ ਤੇ ਹੋਮਿਓਪੈਥੀ ਆਪਾਂ ਸਾਡਾ ਜਿਹੜਾ ਮਕਸਦ ਹੈਗਾ ਆ ਹੋਮਿਓਪੈਥਿਕ ਦੇ ਉੱਤੇ ਪ੍ਰੋਗਰਾਮ ਕਰਨ ਦਾ ਉਹਦਾ ਖਾਸ ਮਕਸਦ ਸਾਡਾ ਇਹ ਹੈ ਕਿ ਹੋਮਿਓਪੈਥਿਕ ਆਪਣੇ ਜੀਵਨ ਵਿੱਚ ਜੇ ਅਸੀਂ ਅਡਾਪਟ ਕਰਦੇ ਹਾਂ ਵਰਤੋਂ ਕਰਦੇ ਹਾਂ ਉਹਦੀ ਤਾਂ ਅਸੀਂ ਕਿੱਦਾਂ ਉਹਦੇ ਵਿੱਚ ਆਪਣੀ ਜ਼ਰੂਰਤਾਂ ਪੂਰੀ ਕਰ ਸਕਦੇ ਆ ਜਾਂ ਅਸੀਂ ਸਾਡੀ ਹੈਲਥ ਨੂੰ ਲੈ ਕੇ ਅਸੀਂ ਕਿੱਦਾਂ ਹੋਮਿਓਪੈਥਿਕ ਦੇ ਉੱਤੇ ਆਪਾਂ ਰਿਲਾਈ ਕਰ ਸਕਦੇ ਆ ਹੈ ਨਾ। ਸੋ ਇਸ ਕਰਕੇ ਹੋਮਿਓਪੈਥੀ ਅੱਜ ਤੋਂ ਕਰੀਬ 200 ਸਾਲ ਪਹਿਲਾਂ ਹੈ ਨਾ ਜਰਮਨ ਤੋਂ ਚੱਲੀ ਔਰ ਸਵਿਤਾ ਜੀ ਇਹ ਵੀ ਬੜੇ ਲੋਕਾਂ ਨੇ ਸਵਾਲ ਪੁੱਛਿਆ ਕਿ ਹੋਮਿਓਪੈਥਿਕ ਸਾਰਿਆਂ ਨੂੰ ਇੱਦਾਂ ਲੱਗਦਾ ਕਿ ਹੋਮਿਓਪੈਥੀ ਇੱਕ ਆਪਣੀ ਇੰਡੀਆ ਦੀ ਸਾਇੰਸ ਆ ਹੈ ਨਾ ਲੇਕਿਨ ਹੋਮਿਓਪੈਥਿਕ ਦਾ ਜਿਹੜਾ ਜਨਮ ਹਾਂ ਉਹ ਇੱਕ ਫਾਰਮਾਸਿਸਟ ਹੁੰਦੇ ਸੀ ਹੈ ਨਾ ਉਹਨਾਂ ਨੂੰ ਐਲੋਪੈਥੀ ਦੇ ਡਾਕਟਰ ਮਹਾਨ ਡਾਕਟਰ ਹੁੰਦੇ ਸੀ ਉਹ ਜਰਮਨ ਦੇ ਵਿੱਚ ਤਾਂ ਉਹਨਾਂ ਨੇ ਹੋਮਿਓਪੈਥਿਕ ਦੀ ਰਚਨਾ ਕੀਤੀ ਔਰ ਘੱਟੋ ਘੱਟ 200 ਸਾਲ ਪਹਿਲਾਂ ਹੋਮਿਓਪੈਥਿਕ ਦੀ ਰਚਨਾ ਕੀਤੀ ਔਰ ਉਹਨਾਂ ਦਾ ਜਿਹੜਾ ਮਕਸਦ ਸੀਗਾ ਉਹ ਹੋਮਿਓਪੈਥਿਕ ਦੇ ਉੱਤੇ ਰਿਸਰਚ ਦਾ ਇਹੀ ਮਕਸਦ ਸੀਗਾ ਕਿ ਨੇਚਰ ਦੀ ਜਿਹੜੀ ਇੱਕ ਪ੍ਰਿੰਸੀਪਲ ਹੁੰਦੇ ਆ ਉਹਨਾਂ ਨੂੰ ਉਹਨਾਂ ਨੇ ਅਡਾਪਟ ਕੀਤਾ ਹੈ ਨਾ। ਵੈਸੇ ਅੱਜ ਤੁਹਾਨੂੰ ਇੱਕ ਮੈਂ ਇੱਕ ਹੋਰ ਜਾਣਕਾਰੀ ਦੇਣਾ ਚਾਹੁੰਦਾ ਕਿ ਐਕਚੁਅਲੀ ਹਨੀਮੈਨ ਜੀ ਜਿਹੜੇ ਜਿਨ੍ਹਾਂ ਨੇ ਹੋਮਿਓਪੈਥਿਕ ਦੀ ਰਚਨਾ ਕੀਤੀ ਜਨਮ ਦਿੱਤਾ ਉਹਨਾਂ ਨੂੰ ਜਰਮਨੀ ਤੋਂ ਉਸ ਤੋਂ ਪਹਿਲਾਂ ਵੀ ਕਰੀਬ 500 ਸਾਲ ਪਹਿਲਾਂ ਪੈਰਾਸੈਲਸਸ ਨਾਂ ਦੇ ਇੱਕ ਸਾਇੰਟਿਸਟ ਹੋਈ ਸੀ ਜਿਨ੍ਹਾਂ ਨੇ ਨੇਚਰ ਦੀ ਇੱਕ ਬਹੁਤ ਬੜੀ ਦੇਣ ਜਿਹਨੂੰ ਆਪਾਂ ਹਰਬਲਿਜ਼ਮ ਕਹਿ ਦਿੰਦੇ ਆ ਪਰ ਉਹਨਾਂ ਨੂੰ ਐਲਕਾਈਮੀ ਦੇ ਨਾਂ ਤੋਂ ਉਹਦੀ ਖੋਜ ਕੀਤੀ ਸੀ ਤੇ ਉਹਨਾਂ ਨੇ ਦੋ ਚੀਜ਼ਾਂ ਦੇ ਬੜਾ ਮਹੱਤਵ ਦਿੱਤਾ ਸੀ ਇੱਕ ਹਰਬਲਿਜ਼ਮ ਦੇ ਉੱਤੇ ਔਰ ਜਿਹੜੀ ਇੰਡੀਆ ਦੀ ਜਿਹੜੀ ਹਰਬਲਿਜ਼ਮ ਸੀ ਕਿੱਦਾਂ ਹਰਬਲਿਜ਼ਮ ਔਰ ਆਹਾਰ ਵਿਦਿਆ ਹੈ ਨਾ ਆਹਾਰ ਦੀ ਨੌਲੇਜ ਤੁਹਾਨੂੰ ਹੈ ਨਾ ਡਾਈਟ ਦੀ ਨੌਲੇਜ ਕਿੱਦਾਂ ਤੁਹਾਨੂੰ ਆਪਣੇ ਜੀਵਨ ਦੇ ਵਿੱਚ ਇੱਕ ਵਰਤੋਂ ਕਰਕੇ ਉਹਨੂੰ ਕਿੱਦਾਂ ਤੁਸੀਂ ਆਪਣੇ ਜੀਵਨ ਨੂੰ ਸੁਧਾਰ ਸਕਦੇ ਆ ਤਾਂ ਇਹ ਕਨਸੈਪਟ ਇੰਡੀਆ ਦਾ ਸੀ ਸਾਡੇ ਮੁਲਕਾਂ 'ਚ ਬਹੁਤ ਹਜ਼ਾਰਾਂ ਸਾਲਾਂ ਤੋਂ ਚੱਲੇ ਆ ਰਿਹਾ ਤੇ ਪੈਰਾਸੈਲਸਸ ਨੇ ਸਵਿਟਜ਼ਰਲੈਂਡ ਤੋਂ ਸੀ ਉਹ ਔਰ ਉਹਨਾਂ ਨੇ ਜਰਮਨ ਦੇ ਵਿੱਚ ਉਹਨਾਂ ਦਾ ਬੜਾ ਨਾਂ ਹੈ ਪੈਰਾਸੈਲਸਸ ਉਹਨਾਂ ਨੇ ਲਾਅ ਆਫ ਸਿਮਿਲਰ ਹੈ ਨਾ ਉਹ ਅਡਾਪਟ ਕੀਤਾ ਏਸ਼ੀਅੰਟ ਜਿਹੜਾ ਇੱਕ ਆਪਾਂ ਕਹਿ ਦਿੰਦੇ ਲੋਹੇ ਨੂੰ ਲੋਹਾ ਕਾਟਦਾ ਹੈ ਨਾ ਉਹਨੂੰ ਲਾਅ ਆਫ ਸਿਮਿਲਰ ਜਾਂ ਲਾਈਕ ਕਿਉਰਸ ਲਾਈਕ ਆਪਾਂ ਉਹਨੂੰ ਇਹ ਬਹੁਤ ਪੁਰਾਣਾ ਲਾਅ ਹੈ ਨੇਚਰ ਦਾ ਤੇ ਪੈਰਾਸੈਲਸਸ ਜਿੱਦਾਂ ਅਸੀਂ ਤੁਸੀਂ ਦੇਖੋਗੇ ਕਿ ਅਸੀਂ ਫੋਟੋਆਂ ਦੇ ਵਿੱਚ ਵੀ ਜਿਹੜੇ ਸਾਡੇ ਫਾਊਂਡਰਸ ਹੈਗੇ ਆ ਹੈ ਨਾ ਉਹਦੇ ਵਿੱਚ ਵੀ ਆਪਾਂ ਇਹ ਦਰਸਾ ਰਹੇ ਆ ਕਿ ਜਿਹੜੇ ਪੈਰਾਸੈਲਸਸ ਸੀਗੇ ਉਹਨਾਂ ਨੇ ਲਾਅ ਆਫ ਸਿਮਿਲਰ ਔਰ ਇੱਕ ਸਪਜਰਿਕ ਨਾਂ ਦੀ ਸਾਇੰਸ ਨੂੰ ਜਿਹਨੂੰ ਅੱਜ ਮਾਡਰਨ ਕੈਮਿਸਟਰੀ ਕਿਹਾ ਜਾਂਦਾ ਹੈ ਇੱਕ ਕੈਮਿਸਟਰੀ ਦੀ ਮਾਡਰਨ ਕੈਮਿਸਟਰੀ ਦੀ ਨੀਂਹ ਰੱਖੀ ਅੱਜ ਤੋਂ 500 ਸਾਲ ਪਹਿਲਾਂ ਔਰ ਉਹਨਾਂ ਨੇ ਉਹਦੇ ਫਾਲੋਵਰ ਹੋਏ ਹਨੀਮੈਨ ਜੀ ਔਰ ਹਨੀਮੈਨ ਨੇ ਜਦ ਪੈਰਾਸੈਲਸਸ ਨੂੰ ਪੜ੍ਹਿਆ ਤੇ ਉਹਨਾਂ ਦੇ ਮਨ ਵਿੱਚ ਇੱਕ ਸਵਾਲ ਆਇਆ ਕਿ ਕਿੱਦਾਂ ਹਰਬਲਿਜ਼ਮ ਕਿੱਦਾਂ ਲਾਅ ਆਫ ਸਿਮਿਲਰ ਨੂੰ ਇੱਕ ਮੈਡੀਕਲ ਫਾਰਮ ਦੇ ਵਿੱਚ ਚੇਂਜ ਕਰਕੇ ਇੱਕ ਮੈਡੀਕਲ ਸਿਸਟਮ ਬਣਾਇਆ ਜਾ ਸਕਦਾ ਤੇ ਉਹਨਾਂ ਨੇ ਹੋਮਿਓਪੈਥਿਕ ਦੀ ਉਹ ਪੁਰਾਣੇ ਲਾਅ ਨੂੰ ਪੁਰਾਣੇ ਨੇਚਰਸ ਦੇ ਲਾਅ ਨੂੰ ਇੱਕ ਮੈਡੀਕਲ ਟੈਕਸਟ ਦੇ ਥਰੂ ਆਪਣੀ ਗੱਲ ਰੱਖੀ ਔਰ ਉਹਨਾਂ ਨੇ कि लॉ ऑफ सिमिलर का मतलब ये होंदा है कि जिहड़ी चीज़
ਹਾਂਜੀ ਤੁਹਾਨੂੰ ਠੀਕ ਕਰਦੀ ਆ ਜਾਂ ਤੁਹਾਨੂੰ ਜਿਹੜੀ ਚੀਜ਼ ਤੁਹਾਨੂੰ ਨੁਕਸਾਨ ਦਿੰਦੀ ਆ, ਹੈ ਨਾ। ਜਾਂ ਫੋਰ ਐਗਜ਼ਾਮਪਲ ਜਿੱਦਾਂ ਇੱਕ ਆਪਾਂ ਕੋਈ ਚੀਜ਼ ਆਪਾਂ ਪਿਆਜ਼ ਦਾ ਐਗਜ਼ਾਮਪਲ ਦਿੱਤਾ ਜਾਂ ਆਪਾਂ ਕੋਈ ਜੜੀ ਬੂਟੀਆਂ ਦਾ ਐਗਜ਼ਾਮਪਲ ਦਿੱਤਾ ਕਿ ਕੋਈ ਜੜੀ ਬੂਟੀ ਜਦ ਤੁਹਾਡੀ ਬੋਡੀ ਨੂੰ ਸਟਿਮੂਲੇਟ ਕਰਦੀ ਆ, ਹਾਂਜੀ, ਯਾਨੀ ਕਿ ਕਰੂਡ ਫਾਰਮ ਦੇ ਵਿੱਚ ਜੇ ਆਪਾਂ ਕੋਈ ਚੀਜ਼ ਲੈਂਦੇ ਆ ਪਲਾਂਟ ਦਾ ਐਕਸਟ੍ਰੈਕਟ ਜਾਂ ਪਲਾਂਟ ਨੂੰ, ਤਾਂ ਉਹ ਸਾਡੀ ਹੈਲਥ ਦੇ ਵਿੱਚ ਕਈ ਤਰ੍ਹਾਂ ਦੇ ਇੰਬੈਲੈਂਸ ਕਰਦੀ ਆ, ਹੈ ਨਾ। ਉਹਨਾਂ ਨੂੰ ਹੀ ਡਾਇਲੂਟਿਡ ਫਾਰਮ ਦੇ ਉੱਤੇ ਵਰਤੋਂ ਕਰਕੇ ਹਨੀਮੈਨ ਜੀ ਨੇ ਉਸ ਸੇਮ ਪ੍ਰਿੰਸੀਪਲ ਦੇ ਉੱਤੇ ਆ ਹੋਮੋਪੈਥੀ ਦੀ ਰਚਨਾ ਕੀਤੀ। ਔਰ ਹੋਮੋਪੈਥਿਕ ਜਦ ਰਚਨਾ ਹੋਈ ਤਾਂ ਇੱਕ ਰੈਵੋਲੂਸ਼ਨ ਮੈਡੀਕਲ ਫੀਲਡ ਵਿੱਚ ਆਈ, ਕਿਉਂਕਿ ਉਹ ਐਲੋਪੈਥ ਸੀਗੇ, ਉਹ ਇੱਕ ਕਨਵੈਨਸ਼ਨਲ ਮੈਡੀਸਨ। ਹਾਲਾਂਕਿ ਐਲੋਪੈਥੀ ਨਾ ਇਹ ਬਾਅਦ ਵਿੱਚ ਹਨੀਮੈਨ ਜੀ ਨੇ ਦਿੱਤਾ, ਵੈਸੇ ਇੰਗਲਿਸ਼ ਰੈਮੇਡੀਜ਼ ਨੂੰ ਕਨਵੈਨਸ਼ਨਲ ਮੈਡੀਸਿਨਸ ਕਿਹਾ ਜਾਂਦਾ ਹੈ ਨਾ। ਔਰ ਜਿੰਨੀ ਵੀ ਜੀਪੀਜ਼ ਰੈਮੇਡੀਜ਼ ਆ ਜਾਂ ਆਪਾਂ ਇੰਗਲਿਸ਼ ਰੈਮੇਡੀਜ਼ ਕਹਿੰਦੇ ਆ, ਉਹ ਜਿਹੜੀ ਸਾਇੰਸ ਹੈਗੀ ਆ ਉਹਨੂੰ ਜਿਹੜਾ ਨਾਂ ਦਿੱਤਾ ਐਲੋਪੈਥੀ ਦਾ, ਹੈ ਨਾ, ਉਹ ਨਾਂ ਵੀ ਹੋਮੋਪੈਥੀ ਦੇ ਫਾਊਂਡਰ ਹਨੀਮੈਨ ਜੀ ਨੇ ਦਿੱਤਾ। ਹਾਂਜੀ। ਤੇ ਹੋਮਿਓਪੈਥੀ ਦੇ ਵਿੱਚ ਟਾਈਮ ਟੂ ਟਾਈਮ ਬੜੇ ਸਾਇੰਟਿਸਟ ਹੋਏ, ਹੈ ਨਾ। ਤੇ ਹੋਮੋਪੈਥਿਕ ਦੇ ਵਿੱਚ ਜਦ ਪੈਰਾਸੈਲਸਸ ਤੋਂ ਚੱਲੀ ਔਰ ਫਿਰ ਪੈਰਾਸੈਲਸਸ ਤੋਂ ਬਾਅਦ ਹਨੀਮੈਨ ਜੀ ਨੇ ਉਹਨੂੰ ਇੱਕ ਨਵਾਂ ਰੂਪ ਦਿੱਤਾ। ਔਰ ਨਵਾਂ ਰੂਪ ਕੀ ਸੀਗਾ ਕਿ ਕਰੂਡ ਫਾਰਮ ਜਾਂ ਪਲਾਂਟ ਦਾ ਐਕਸਟ੍ਰੈਕਟ ਅਸੀਂ ਸਿੱਧਾ ਨਹੀਂ ਲੈਣਾ, ਉਹਨੂੰ ਡਾਇਲੂਟਿਡ ਕਰਕੇ ਲੈਣਾ, ਹੈ ਨਾ। ਜਿੱਦਾਂ ਆਪਾਂ ਕਈ ਵਾਰ ਦੱਸਿਆ ਕਿ ਰਾਇਬੀਨਾ ਨੂੰ ਆਪਾਂ ਡਾਇਲੂਟ ਕਰਕੇ ਪੀਂਦੇ ਆ, ਹੈ ਨਾ। ਤੇ ਇੱਦਾਂ ਹੀ ਸੇਮ ਹੋਮੋਪੈਥਿਕ ਦੇ ਵਿੱਚ ਆਪਾਂ ਉਹ ਡਾਇਲੂਟਿਡ ਰਹਿੰਦੇ ਆ ਕਿ ਉਹਨਾਂ ਦਾ ਮਕਸਦ ਇਹ ਸੀ ਕਿ ਸਾਈਡ ਇਫੈਕਟ ਨਾ ਹੋਣ, ਹੈ ਨਾ। ਔਰ ਜਿਹੜੀ ਹੋਮੋਪੈਥੀ ਦੀ ਜਿਹੜੀ ਕਰੂਡ ਫਾਰਮ ਆ ਉਹ ਹਾਰਮ ਨਾ ਕਰੇ, ਹਾਰਮਫੁਲ ਨਾ ਹੋਵੇ ਮੈਡੀਸਨਸ, ਇਹ ਮੇਨ ਮਕਸਦ ਸੀ ਉਹਨਾਂ ਦਾ, ਹੈ ਨਾ। ਔਰ ਦੂਜਾ ਉਹਨਾਂ ਦਾ ਜਿਹੜਾ ਮਕਸਦ ਸੀਗਾ ਕਿ ਹੋਮਿਓਪੈਥੀ ਐਨਰਜੀ ਲੈਵਲ 'ਤੇ, ਮਿੰਟ ਲੈਵਲ 'ਤੇ, ਬਹੁਤ ਸੂਖਸ਼ਮ ਲੈਵਲ 'ਤੇ ਸਾਡੀ ਬੋਡੀ ਨੂੰ ਚਾਹੀਦੀ ਆ। ਔਰ ਉਹਨਾਂ ਨੇ ਸਿੰਗਲ ਮੈਡੀਸਨਸ ਦੀ ਨੀਂਹ ਰੱਖੀ, ਯਾਨੀ ਕਿ ਇੱਕ ਟਾਈਮ 'ਚ ਇੱਕ ਮੈਡੀਸਨ, ਔਰ ਉਹਨੂੰ ਫਿਰ ਹੋਮਿਓਪੈਥੀ ਇੱਕ ਨਾਂ ਦਿੱਤਾ ਗਿਆ। ਹਾਂਜੀ। ਔਰ ਫਿਰ ਹੋਮਿਓਪੈਥਿਕ ਦੇ ਵਿੱਚ ਸਿੰਗਲ ਰੈਮੇਡੀ ਉਹਨਾਂ ਨੇ ਇੱਕ ਪੁਸਤਕ ਲਿਖੀ, ਹੈ ਨਾ, ਹੋਮਿਓਪੈਥੀ ਦੇ ਉੱਤੇ, ਜਿਹੜਾ ਇੱਕ ਗ੍ਰੰਥ ਆਪਾਂ ਪਿਛਲੀ ਵਾਰ ਡਾਕਟਰ ਨਿਕੁੰਜ ਆਏ ਸੀ ਤਾਂ ਉਹਨਾਂ ਨੇ ਦੱਸਿਆ ਸੀ ਕਿ ਇੱਕ ਤਰ੍ਹਾਂ ਤੋਂ ਹੋਮੋਪੈਥੀ ਦਾ ਗ੍ਰੰਥ ਆ, ਹੈ ਨਾ, ਆਰਗਨਨ ਆਫ ਹੋਮੋਪੈਥੀ। ਉਹਦੇ ਵਿੱਚ ਜਿਹੜੀ ਬੁੱਕ ਹੈਗੀ ਆ ਉਹਦੇ ਵਿੱਚ ਬੜੀ ਕੇਸ ਸਟੱਡੀਜ਼ ਜਾਂ ਉਹਨਾਂ ਦੀ ਪੂਰਾ ਐਕਸਪੈਰੀਮੈਂਟ ਦੀ ਡਿਟੇਲਸ ਹੈਗੀ ਆ। ਹਾਂਜੀ। ਤੇ ਸਿੰਗਲ ਰੈਮੇਡੀ ਦਾ ਜਦ ਯੁੱਗ ਆਇਆ ਤਾਂ ਫਿਰ ਉਹਨਾਂ ਦੇ ਜਿਹੜੇ ਕੁਝ ਫੋਲੋਵਰ ਹੁੰਦੇ ਸੀ, ਉਹਨਾਂ ਨੇ ਕੰਪਲੈਕਸ ਹੋਮੋਪੈਥੀ, ਯਾਨੀ ਕੰਪਲੈਕਸ ਹੋਮੋਪੈਥੀ ਦਾ ਮਤਲਬ ਕਿ ਇੱਕ ਪਲਾਂਟ ਨੂੰ ਲੈ ਕੇ ਨਹੀਂ ਚੱਲਣਾ, ਉਹਦੇ ਵਿੱਚ 3-4 ਪਲਾਂਟ ਨੂੰ ਕੰਬੀਨੇਸ਼ਨ ਨੂੰ ਲੈ ਕੇ ਤੁਹਾਡੇ ਸਿੰਪਟਮਸ ਬੋਡੀ ਦੇ ਵਿੱਚ ਜਿਹੜੇ ਚੱਲ ਰਹੇ ਆ ਉਹਨਾਂ ਨੂੰ ਇੱਕ ਲਿਸਟ ਬਣਾ ਕੇ ਉਹਨਾਂ ਦੇ ਹਿਸਾਬ ਨਾਲ ਇੱਕ ਕੰਪਲੈਕਸ ਪਿਕਚਰ ਲੈ ਕੇ ਔਰ ਕੰਪਲੈਕਸ ਕੰਬੀਨੇਸ਼ਨਸ ਆਫ ਪਲਾਂਟ ਲੈ ਕੇ ਉਹ ਬੋਡੀ ਨੂੰ ਦੇਣਾ, ਤੇ ਉਹ ਫਿਰ ਕੰਪਲੈਕਸ ਹੋਮੋਪੈਥੀ ਦਾ ਨਾਂ ਆ ਗਿਆ। ਯਾਨੀ ਕਿ ਓਰੀਜਨਲ ਹੋਮੋਪੈਥੀ, ਕਲਾਸਿਕਲ ਹੋਮੋਪੈਥੀ, फिर वो टर्न इनटू द कॉम्प्लेक्स होम्योपैथी हो गई, है ना। और फिर धीरे धीरे कॉम्प्लेक्स होम्योपैथी तो बाद युग आया कि ਇਹਦੇ ਵਿੱਚ ਐਨੀਮਲ ਦੀ ਵਰਤੋਂ ਹੋਣ ਲੱਗ ਗਈ, ਕੈਮੀਕਲਸ ਦੀ ਵਰਤੋਂ ਹੋਣ ਲੱਗ ਗਈ, ਮਿਨਰਲਸ ਦੀ ਵਰਤੋਂ ਹੋਣ ਲੱਗ ਗਈ, ਯਾਨੀ ਕਿ ਕਿਸੇ ਵੀ ਚੀਜ਼ ਦੇ ਨਾਲ ਹੋਮੋਪੈਥੀ ਦੀ ਮੈਡੀਸਿਨਸ ਡਾਇਲੂਟਿਡ ਲੈਵਲ ਤੇ ਬਣਾਈ ਜਾਣ ਲੱਗੀ। ਉਹਦਾ ਮਤਲਬ ਇਹ ਆ, ਯਾਨੀ ਕਿ ਤੁਸੀਂ ਕੈਮੀਕਲ ਦਾ ਮਤਲਬ ਕਿ ਜਿੱਦਾਂ ਪੋਇਜ਼ਨਸ ਪਲਾਂਟ ਹੋ ਗਏ, ਹੈ ਨਾ, ਉੱਥੋਂ ਦਵਾਈਆਂ ਬਣੀ। ਫਿਰ ਐਨੀਮਲਸ ਐਕਸਟ੍ਰੈਕਟਸ, ਜਿੱਦਾਂ ਕੁਝ ਦਵਾਈਆਂ ਜਿਹਦੇ ਵਿੱਚ ਜਿਹੜੀ ਐਨੀਮਲਸ ਦੀ ਵਰਤੋਂ ਹੁੰਦੀ ਹੈ, ਹਾਲਾਂਕਿ ਐਨੀਮਲ ਟੈਸਟਿੰਗ ਨਹੀਂ ਹੈ ਹੋਮੋਪੈਥੀ, ਯਾਨੀ ਐਨੀਮਲ ਦੇ ਉੱਤੇ ਟੈਸਟ ਨਹੀਂ ਕੀਤੀ ਜਾਂਦੀ, ਲੇਕਿਨ ਐਨੀਮਲ ਪਾਰਟ ਲੈ ਕੇ ਉੱਤੋਂ ਦਵਾਈ ਬਣਨੇ ਲੱਗ ਗਈ, ਹੈ ਨਾ। ਤੇ ਫਿਰ ਧੀਰੇ ਧੀਰੇ ਮਿਨਰਲਸ ਆ ਗਏ, ਫਿਰ ਧੀਰੇ ਧੀਰੇ ਉਹਦੇ ਵਿੱਚ ਨੋਸੋਡਸ ਆ ਗਏ, ਜਿਹਦੇ ਵਿੱਚ ਮਤਲਬ ਕਿ ਇਨਫੈਕਟਡ ਬੈਕਟੀਰੀਆ ਵਾਇਰਸਿਸ ਦੇ ਨਾਲ ਦਵਾਈ ਬਣਨ ਲੱਗ ਗਈ। ਤਾਂ ਉਹ ਇੱਕ ਵਿਸਤਾਰ ਹੁੰਦਾ ਚਲਾ ਗਿਆ। ਤਾਂ ਉਹਦੇ ਵਿੱਚ ਹੀ ਕਿਤੇ ਹੋਮੋਪੈਥਿਕ ਜਦ ਪਪੂਲਰ ਹੋਈ ਤਾਂ ਉਹਦੇ ਵਿੱਚੋਂ ਕੋਈ ਇਟਾਲੀਅਨ ਇੱਕ ਹਨੀਮੈਨ ਦੇ ਬਹੁਤ ਬੜੇ ਸਪੋਰਟਰ ਹੁੰਦੇ ਸੀ, ਹਾਂਜੀ, ਹੈ ਨਾ। ਇੱਥੇ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ
ਕਿ ਜਿੱਦਾਂ ਤੁਸੀਂ ਦੱਸਿਆ ਹੁਣ ਸਾਡਾ ਸ਼ੋਅ ਦਾ ਨਾਮ ਵੀ ਤੁਹਾਡਾ ਸ਼ੋਅ ਦਾ ਨਾਮ ਸਪਰਜਕ ਹੈਗਾ। ਹਾਂਜੀ ਹਾਂਜੀ, ਇਹਦੇ ਤੇ ਤੁਸੀਂ ਨਾਲ ਪਲੀਜ਼ ਹਾਂਜੀ ਬਿਲਕੁਲ। ਉਹ ਮੈਨੂੰ ਵੀ ਕਈ ਸਵਾਲ ਪੁੱਛ ਰਹੇ ਆ ਕਿ ਸਪਰਜਕ ਹੈਗਾ ਕੀ, ਤੁਸੀਂ ਹੋਮਿਓਪੈਥਿਕ ਦੇ ਤੋਂ ਵੱਖਰੇ ਆ ਜਾਂ ਹੋਮਿਓਪੈਥਿਕ ਸਪਰਜਕ ਦੇ ਨਾਲ ਕੀ ਆ। ਇਹਦੇ ਵਿੱਚ ਮੈਂ ਤੁਹਾਨੂੰ ਥੋੜਾ ਜਿਹਾ ਆਪਾਂ ਇੱਕ ਐਗਜ਼ਾਮਪਲ ਦੇਣ ਦੀ ਕੋਸ਼ਿਸ਼ ਕਰਦੇ ਹਾਂ ਕਿ ਹੋਮਿਓਪੈਥਿਕ ਇੱਕ ਬਹੁਤ ਬੜੀ ਸਾਇੰਸ ਆ, ਹਾਂਜੀ ਹੈ ਨਾ, ਔਰ ਇਹਨੂੰ 200 ਸਾਲ ਹੋ ਗਏ। हाँ सविता जी, और ये कोई घर दी साइंस नहीं हैगी है या किते एक दो मुल्कां च काम नहीं कर रही, ये पूरे वर्ल्ड दे विच काम कर रही है। बड़े साइंटिस्ट दे पिछे काम कर रहे हैं और तकरीबन पूरा वर्ल्ड दे विच तुहानू होमोपैथिक मिलेगी, है ना। और ये साइंस दे उत्ते वर्ल्ड हेल्थ ऑर्गेनाइजेशंस ने भी अपने एक डाटा तैयार किया है और बड़ी बड़ी कंपनियां और बड़े बड़े एक्सपर्ट्स ਇਹਦੇ ਉੱਤੇ ਕੰਮ ਕਰ ਰਹੇ। ਜਿੱਦਾਂ ਆਪਾਂ ਟਾਈਮ ਟੂ ਟਾਈਮ ਹੋਮੋਪੈਥਿਕ ਦੇ ਵਿੱਚ ਆਪਾਂ ਇਸ਼ੂਜ਼ ਲੈ ਕੇ ਆ ਰਹੇ ਆ, ਆਪਾਂ ਟੌਪਿਕ ਲੈ ਕੇ ਆ ਰਹੇ ਆ। ਲੇਕਿਨ ਸਾਡਾ ਇਹਦੇ ਨਾਲ ਹੋਮੋਪੈਥਿਕ ਦੇ ਵਿੱਚ ਮੇਰੀ ਜਿਹੜੀ ਇੱਛਾ ਸੀ, ਹੈ ਨਾ, ਆਪਾਂ ਸੋਚਦੇ ਸੀ ਕਿ ਹੋਮਿਓਪੈਥੀ ਦੇ ਉੱਤੇ ਇੱਕ ਪ੍ਰੋਗਰਾਮ ਕੀਤਾ ਜਾਏ। ਆਪਾਂ ਉਹਦਾ ਬੈਨੀਫਿਟ ਖੁਦ ਪਰਸਨਲੀ ਕਮਰਸ਼ੀਅਲਾਈਜ਼ਡ ਪ੍ਰੋਗਰਾਮ ਨਾ ਕਰੇ। ਆਪਾਂ ਮਕਸਦ ਇਹ ਦਈਏ ਕਿ ਹੋਮਿਓਪੈਥਿਕ ਇੱਕ ਦੇਣ ਹੈਗੀ, ਇੱਕ ਸਾਇੰਸ ਆ, ਹੈ ਨਾ। ਉਹਦੇ ਉੱਤੇ ਕਈ ਲੋਕਾਂ ਦੇ ਸਵਾਲ ਹੈਗੇ ਆ। ਮੇਰੇ ਕੋਲ ਜਿੱਦਾਂ ਮੈਂ ਦੱਸਿਆ 25 ਸਾਲ ਤੋਂ ਅਸੀਂ ਹੋਮਿਓਪੈਥੀ ਕਰ ਰਹੇ ਹਾਂ ਔਰ ਫਿਰ ਮੇਰੇ ਪਿਤਾ ਜੀ ਹੋਮਿਓਪੈਥਿਕ ਹੈਗੇ, ਸਾਡੇ ਗੁਰੂ ਆ ਡਾਕਟਰ ਸਤਿਆਪਾਲ, ਹੈ ਨਾ, ਉਹ ਬਹੁਤ ਬੜੇ ਹੋਮਿਓਪੈਥ ਰਹੇ ਆ। ਅਤੇ ਸਾਡੇ ਦਿਮਾਗ ਵਿੱਚ ਆਉਂਦਾ ਸੀ ਕਿ ਹੋਮਿਓਪੈਥਿਕ ਇੱਕ ਆਮ ਸਾਇੰਸ ਮੰਨੀ ਹੋਈ ਹੈ, ਹਾਂਜੀ। ਅਤੇ ਇਸ ਕਰਕੇ ਹੋਮਿਓਪੈਥਿਕ ਦੇ ਵਿੱਚ ਜਦ ਅਸੀਂ ਆਏ ਅਤੇ ਜਦ ਇਹਦੀ ਸਟੱਡੀ ਕੀਤੀ ਤਾਂ ਸਾਨੂੰ ਪਤਾ ਲੱਗਿਆ ਹੈ ਕਿ ਹੋਮਿਓਪੈਥੀ ਦਾ ਇੱਕ ਬਹੁਤ ਬੜਾ ਪਲੇਟਫਾਰਮ ਆ, ਬਹੁਤ ਵਾਸਟ ਸਬਜੈਕਟ ਹੈਗਾ ਆ। ਇਹਦੇ ਵਿੱਚ ਡਾਕਟਰ ਸਤਿਆਪਾਲ ਜੀ ਦਾ ਇੱਕ 50 ਸਾਲ ਦਾ ਤਜਰਬਾ ਸੀਗਾ ਹੋਮਿਓਪੈਥਿਕ ਦੇ ਅੰਦਰ। ਤਾਂ ਉਹਨਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਵੈਜੀਟੇਰੀਅਨ ਸਾਇੰਸ, ਹੈ ਨਾ, ਦੀ ਕਮੀ ਆ। ਯਾਨੀ ਵੈਜੀਟੇਰੀਅਨ ਪਾਰਟ ਹੋਮਿਓਪੈਥੀ ਦੇ ਵਿੱਚ ਇੰਨਾ ਵੱਧ ਨਹੀਂ ਰਿਹਾ, ਹੈ ਨਾ, ਡਿਵੈਲਪ ਨਹੀਂ ਹੋ ਰਿਹਾ। ਯਾਨੀ ਕਿ ਜੜੀ ਬੂਟੀਆਂ ਦਾ ਜਿਹੜਾ ਹੋਮਿਓਪੈਥੀ ਦਾ ਪਾਰਟ ਆ ਉਹ ਥੋੜ੍ਹਾ ਜਿਹਾ ਲਿਮਿਟਿਡ ਹੋ ਕੇ ਰਹਿ ਰਿਹਾ, ਪਰ ਉਹਦੇ ਨਾਲ ਹੋਮਿਓਪੈਥੀ ਦੂਜੇ ਰੂਟ ਦੇ ਵਿੱਚ ਬੜੀ ਪ੍ਰੋਗਰੈਸ ਕਰ ਰਹੀ ਆ। ਤਾਂ ਇਸ ਕਰਕੇ ਉਹ ਦੋਨੋਂ ਕੰਬੀਨੇਸ਼ਨਸ ਦੇ ਵਿੱਚ ਥੋੜ੍ਹਾ ਜਿਹਾ ਮਤਭੇਦ ਆ ਰਹੇ ਸੀ। ਤਾਂ ਇਸ ਕਰਕੇ ਹਨੀਮੈਨ ਦੇ ਹੀ ਇੱਕ ਬਹੁਤ ਬੜੇ ਫੋਲੋਵਰ ਇਟਾਲੀਅਨ ਮੈਟੀ ਜੀ ਹੋਏ ਔਰ ਉਹਨਾਂ ਨੇ ਹੋਮਿਓਪੈਥੀ ਦੀ ਬੜੀ ਸਟੱਡੀ ਕੀਤੀ ਔਰ ਉਹਨਾਂ ਨੇ ਐਨ ਸੇਮ ਟਾਈਮ 'ਤੇ ਉਹਨਾਂ ਨੇ ਐਨਾਟਮੀ ਦੀ ਬੜੀ ਅੱਛੀ ਹਿਊਮਨ ਸਾਇੰਸ ਦੇ ਬਾਰੇ ਸਟੱਡੀ ਕੀਤੀ ਔਰ ਉਹਨਾਂ ਦੇ ਨਾਲ ਜਿਹੜੇ ਡਾਕਟਰ ਸੀ ਉਹਨਾਂ ਦੇ ਫਰੈਂਡ ਸੀਗੇ। ਤਾਂ ਉਹਨਾਂ ਨੇ ਆਪਣਾ ਇੰਟਰਸਟ ਨੈਚੁਰਲ ਮੈਡੀਸਨ ਦੇ ਵਿੱਚ ਦੱਸਿਆ ਔਰ ਉਹਨਾਂ ਨੇ ਕਿਹਾ ਕਿ ਮੈਂ ਹਨੀਮੈਨ ਜੀ ਨੇ ਇੰਨੀ ਬੜੀ ਸਾਇੰਸ ਕੱਢੀ ਆ, ਉਸ ਸਮੇਂ ਪੋਪੂਲਰ ਸੀ, ਹੈ ਨਾ। ਇਹ ਗੱਲ ਕਰੀਬ ਮੈਂ 150 ਸਾਲ ਪੁਰਾਣੀ ਗੱਲ ਕਰ ਰਿਹਾ। ਹੋਮਿਓਪੈਥਿਕ ਨੂੰ ਆਏ ਨੂੰ 50-60 ਸਾਲ ਹੋ ਚੁੱਕੇ ਸੀ, ਯਾਨੀ ਕਿ ਹੋਮਿਓਪੈਥੀ ਨੂੰ ਚੱਲਦੇ ਨੂੰ 50-60 ਸਾਲ ਹੋ ਚੁੱਕੇ ਸੀ ਔਰ ਕਾਉਂਸਲਰ ਮੈਟੀ ਹੋਮਿਓਪੈਥੀ ਦੇ ਬਹੁਤ ਬੜੇ ਫੋਲੋਵਰ ਸੀ, ਹਨੀਮੈਨ ਦੇ ਫੋਲੋਵਰ ਸੀ। ਅਤੇ ਅਚਾਨਕ ਉਹਨਾਂ ਨੇ ਆਪਣੇ ਗਾਰਡਨ ਦੇ ਵਿੱਚ, ਹੈ ਨਾ, ਇੱਕ ਡੌਗ ਨੂੰ, ਹੈ ਨਾ, ਜ਼ਖਮ ਸੀ ਉਹਦੇ ਸਰੀਰ ਦੇ ਉੱਤੇ ਤੇ ਉਹ ਆਪਣੇ ਗਾਰਡਨ 'ਚ ਬੈਠੇ ਹੋਏ ਸੀ ਤੇ ਇਟਲੀ ਦੇ ਵਿੱਚ, ਹੈ ਨਾ, ਬੜੇ ਜ਼ਮੀਂਦਾਰ ਉਹਨਾਂ ਨੂੰ ਕਿਹਾ ਜਾਂਦਾ ਸੀ ਔਰ ਬੜੇ ਰਿਚ ਫੈਮਿਲੀ ਤੋਂ ਸੀਗੇ ਉਹ। ਤੇ ਉਹਨਾਂ ਨੇ ਜ਼ਮੀਂਦਾਰ ਜਿੱਦਾਂ ਉਹਨਾਂ ਨੂੰ ਬੜੀ ਅੱਛੀ ਉਪਾਧੀਆਂ ਦਿੱਤੀ ਹੋਈ ਸੀ ਲੋਕਲ ਲੈਵਲ 'ਤੇ, ਤੇ ਉਹ ਬੜਾ ਫੇਮਸ ਕੈਸਲ ਉਹਨਾਂ ਨੇ ਉੱਥੇ ਬਿਲਟ ਕੀਤਾ। ਤੇ ਉਹ ਆਪਣੇ ਗਾਰਡਨ 'ਚ ਜਦ ਬੈਠੇ ਹੋਏ ਸੀ ਤਾਂ ਉਹਨਾਂ ਨੇ ਇੱਕ ਡੌਗ ਨੂੰ ਰੋਜ਼ ਦੇਖਦੇ ਸੀ, ਉਹਦੇ ਜਿਹੜੇ ਜ਼ਖਮ ਸੀ। ਤਾਂ ਉਹਨਾਂ ਨੇ ਦੇਖਣਾ ਕਿ ਕਿੱਦਾਂ ਇੱਕ ਡੌਗ ਪ੍ਰਾਣੀ ਪਰਮਾਤਮਾ ਨੇ ਇੱਕ ਕ੍ਰੀਏਸ਼ਨ ਦਿੱਤੀ ਹੋਈ ਹੈ, ਹਿਊਮਨ ਬਣਾਇਆ, ਐਨੀਮਲ ਬਣਾਇਆ ਨਾ, ਕਿੱਦਾਂ ਉਹ ਬਿਨਾਂ ਡਾਕਟਰ ਦੇ ਕਿਸੇ ਹਰਬ ਨੂੰ ਸੁੰਘਦਾ ਆ ਔਰ ਇੱਕ ਪੇੜ ਦੇ ਨਾਲ, ਇੱਕ ਹਰਬ ਦੇ ਨਾਲ ਆਪਣੇ ਸਰੀਰ ਨੂੰ ਰਗੜਦਾ ਹੈ। ਦੇਖੋ ਜਿੱਥੇ ਉਹਦਾ ਜ਼ਖਮ ਸੀਗਾ। ਤੇ ਉਹ ਜ਼ਖਮ ਧੀਰੇ ਧੀਰੇ ਉਹਨਾਂ ਨੇ ਨੋਟ ਕੀਤਾ, ਚਲਾ ਗਿਆ, ਉਹ ਬਿਲਕੁਲ ਹੀਲ ਹੋ ਗਏ। ਤਾਂ ਉਹਨਾਂ ਦੇ ਮਨ 'ਚ ਇੱਕ ਖਿਆਲ ਆਇਆ ਕਿ ਇਹ ਕਿਤੇ ਨਾ ਕਿਤੇ ਪਰਮਾਤਮਾ ਨੇ ਜਿਹੜੇ ਇਹ ਜੜੀ ਬੂਟੀਆਂ ਦਿੱਤੀਆਂ, ਹਰਬਸ ਜਿਹੜੇ ਦਿੱਤੇ ਆ, ਖਾਣ ਪਾਨ ਸਾਡਾ ਸਾਰਾ ਜਿਹੜਾ ਆਹਾਰ ਆ, ਹੈ ਨਾ, ਔਰ ਨੇਚਰ ਦੇ ਵਿੱਚ ਇਹ ਜਿਹੜੀ ਉਹਦੇ ਵਿੱਚ ਕਿਤੇ ਨਾ ਕਿਤੇ
है ना, ये किते ना किते एक सीक्रेट आ ਜਿਹੜਾ ਐਨੀਮਲ ਵਰਲਡ ਜੇ ਤੁਸੀਂ ਦੇਖੋ ਜ਼ਿਆਦਾਤਰ ਜਦ ਉਹ ਬਿਮਾਰ ਹੁੰਦੇ ਆ ਹੈ ਨਾ, ਜਦ ਉਹ ਆਪਣੇ ਆਪ ਨੂੰ ਕੋਈ ਉਹਨਾਂ ਦੀ ਸੱਟ ਲੱਗ ਜਾਂਦੀ ਆ ਤਾਂ ਉਹ ਕਿਤੇ ਡਾਕਟਰ ਕੋਲ ਨਹੀਂ ਜਾਂਦੇ, ਉਹ ਕਿਤੇ ਉਹ ਹਰਬ ਨੂੰ ਲੈ ਕੇ ਕੋਈ ਜੜੀ ਬੂਟਿਆਂ ਦਾ ਇੱਕ ਦੇਖੋ ਸੁਭਾਵਿਕ ਗਿਆਨ ਉਹਨਾਂ ਨੂੰ ਦਿੱਤਾ ਹੈ ਨਾ ਪਰਮਾਤਮਾ ਨੇ। ਤੇ ਉਹ ਮੈਟੀ ਜੀ ਦੇ ਮਨ 'ਚ ਆਇਆ ਕਿ ਮੈਂ ਇਹ ਹਰਬਲਿਜ਼ਮ ਹੋਮੋਪੈਥੀ ਦੀ ਸਥਾਪਨਾ ਕਰਾਂ ਹੈ ਨਾ। ਤਾਂ ਉਹਨਾਂ ਨੇ ਆਪਣੀ ਰਿਸਰਚ ਉੱਧਰੋਂ ਜਦ ਸਟਾਰਟ ਕੀਤੀ ਤਾਂ ਉਹਨਾਂ ਨੇ ਹਨੀਮੈਨ ਨੂੰ ਪੜ੍ਹਿਆ। ਜਦ ਹਨੀਮੈਨ ਨੂੰ ਪੜ੍ਹਿਆ ਤਾਂ ਉਹਨਾਂ ਦੀ ਫਿਲੋਸਫੀ, ਉਹਨਾਂ ਨੇ ਡਾਇਲੂਸ਼ਨ ਦੀ ਫਿਲੋਸਫੀ, ਪੋਟੈਂਸੀ ਦੀ ਫਿਲੋਸਫੀ ਬੜੀ ਪਸੰਦ ਆਈ। ਲੌਬ ਸਿਮਿਲਰ ਉਹ ਥੋੜ੍ਹਾ ਜਿਹਾ ਉਹ ਡੀਪ ਗਏ ਤਾਂ ਪੈਰਾਸੈਲਸਿਸ ਨੂੰ ਪੜ੍ਹਿਆ। ਫਿਰ ਉਹਨਾਂ ਨੂੰ ਇੱਕ ਖਿਆਲ ਆਇਆ ਔਰ ਰਿਸਰਚ ਕਰਨ ਦਾ ਮੌਕਾ ਮਿਲਿਆ। ਉਹਨਾਂ ਦੇ ਜਿਹੜੇ ਨਾਲ ਦੇ ਐਕਸਪਰਟਸ ਸੀਗੇ ਜਰਮਨ ਦੇ ਹੈ ਨਾ ਔਰ ਇਟਾਲੀਅਨ ਦੇ, ਬੋਲਗਨਾ ਇੱਕ ਬਹੁਤ ਬੜੀ ਸਾਇੰਸ ਦੀ ਐਕਸਪਰਟ ਦੀ ਧਰਤੀ ਮੰਨਿਆ ਜਾਂਦਾ ਹੈ ਇਟਾਲੀਅਨ ਬੋਲਗਨਾ ਸ਼ਹਿਰ। ਅਤੇ ਉਹਦੇ ਵਿੱਚ ਉਹਨਾਂ ਦੇ ਨਾਲ ਜਦ ਗੱਲ ਰੱਖੀ ਤਾਂ ਉਹਨਾਂ ਨੇ ਕਿਹਾ ਕਿ ਮੈਂ ਜੜੀ ਬੂਟਿਆਂ ਦੇ ਉੱਤੇ ਇੱਕ ਰਿਸਰਚ ਕਰਕੇ ਹਨੀਮੈਨ ਜੀ ਦੀ ਪ੍ਰਿੰਸੀਪਲਸ ਨੂੰ ਲਾਈਕ ਯੋਰ ਲਾਈਕ ਨੂੰ ਸਿਰਫ ਔਰ ਸਿਰਫ ਵੈਜੀਟੇਬਲ ਕਿੰਗਡਮ यानी जड़ी बूटियां दे आधारित ही मैं इहदी वरतों करूँगा। तो उन्होंने जब पैरासेल्सियस नूं पढ़िया तो एक स्पजरिक ना उन्होंने पढ़न च आया और रिसर्च आई जिन्हों पुराने जमाने च एल्काइमी कहते सी, द वे ऑफ मेकिंग अ हर्बल मेडिसिन है ना। तो उन्होंने जब उन्होंने उहदे एक चीज़ पढ़ रही थी तो उन्होंने एक बहुत अच्छा एक पॉइंट मिलिया कि एल्काइमी जिहड़ी हैगी आ वो सिर्फ और सिर्फ एक काल्पनिक विद्या नहीं हैगी आ, इमेजिनरी विद्या नहीं हैगी, एक साइंटिफिक विद्या हैगी आ। और पैरासेल्सियस ने अज दा उन्होंने फार्मेसी का फादर भी कहा जाता है। तो उन्होंने एक स्पजरिक विधि जिहड़ी जिन्हों अपना संस्कृत विच आपां कह सकते हैं कि अर्क विद्या है ना, और जिहड़ा आपां एक आम भाषा च असीं उहनूं अर्क विद्या कहते। तो उन्होंने ग्रीक वर्ड लैटिन वर्ड स्पजरिक उन्होंने लभ्या। तो उन्होंने स्पजरिक दे आधार ते एक होम्योपैथी मैडिसिन्स नूं लैके जड़ी बूटियां नूं लैके एक साइंस का निर्माण किया। प्रिंसीपल वही रखा, यानी कि वो स्पजरिक जब सानू साडे नाल एक्सपर्ट कर रहे थे होम्योपैथिक जब कर रहे थे तो डॉक्टर सत्यपाल जी ने साडे नाल एक सानू एक मीटिंग करके साडे नाल एक जिदा आंदा ना गुरु दक्षिणा है ना, असीं उन्हां तो पढ़े सी है ना। तो जब उन्हां तो पढ़े सी तो उन्होंने कहा कि मैं तुहाडे नाल एक तुहानू गल करना चाहता है और तुसी जरूर होम्योपैथिक एक बहुत बड़ी देना, पर उहदे विचों एक स्पजरिक पार्ट डिवेलप नहीं हो रहा है ना। एक साइंस हैगी है जड़ी बूटियां के आधारित है। लॉ ऑफ सिमिलर यानी कि कोई पौधा दा एक गुण ਉਹਦੇ ਕੀ ਗੁਣ ਆ, ਤੁਹਾਡੀ ਬੋਡੀ ਦੇ ਵਿੱਚ ਕੀ ਕਮੀ ਆ, ਯਾਨੀ ਕਿ ਤੁਹਾਡੀ ਬੋਡੀ ਦੇ ਜਿਹੜੇ ਸੋਲਟਸ ਆ ਜਾਂ ਤੁਹਾਡੀ ਬੋਡੀ ਦੀ ਜਿਹੜੀ ਬਣਾਵਟ ਆ ਉਹਦੇ ਵਿੱਚ ਜਿਸ ਚੀਜ਼ ਦੀ ਕਮੀ ਆ ਉਹ ਜੜੀ ਬੂਟਿਆਂ ਤੋਂ ਪੂਰੀ ਕਰਨੀ है ना। इस लॉ के उत्ते उन्होंने दवाई तैयार की और पूरे सिस्टम्स नू कि साडी प्लांट जड़ी बूटियां तो किस चीज़ दे उत्ते, क्योंकि हनीमैन जी ने तद तक बहुत बड़ी रिसर्च कर दी सी है ना। तो उन्होंने उस रिसर्च नू अपने तरीके ना है ना वरतों करके एक स्पजरिक होम्योपैथी की स्थापना की, जिसका मतलब है कि एक सिर्फ और सिर्फ वैजिटेरियन पैथी और उहदे प्रिंसीपल्स जिहड़े हैगे आ वैरी सिमिलर टू द होम्योपैथी है ना। तो वो असी फिर साडा जिहड़ा सब्जैक्ट सीगा तो वो स्पजरिक नूं आपां एक अपना एक टारगेट बना के स्पजरिक नूं एक आपां एक मोटो बना के होम्योपैथिक सैक्टर दे विच जिहड़ी कॉम्पलैक्स होम्योपैथी आ या क्लासिकल होम्योपैथी आ या बायोसॉल्ट्स जिहड़े बायोकैमिक सॉल्ट्स असीं कह दिंदे आ, उसी तरीके स्पजरिक मेडिसिन्स नूं बढ़ावा देना। और वो थानू ये भी जानकर हैरानी होगी कि वो स्पजरिक मेडिसिन्स जिहड़ी हैगी आ वो भी जर्मन और यूरोप फ्रांस दे विच बहुत ज़्यादा पॉपुलर है। हाँ जी स्पजरिक दे नाम तो ही
ਅੱਛਾ ਹਾਂਜੀ ਵਾਓ ਮੈਂ ਸੁਣਿਆ ਉੱਥੇ ਜਿੱਦਾਂ ਯੂਰਪ ਦੇ ਵਿੱਚ ਹਾਂਜੀ ਐਪੋਟੇਕਾ ਕਹਿੰਦੇ ਆ ਨਾ ਹਾਂ ਫਾਰਮੇਸੀ ਜਿਹੜੀ ਇੱਕ ਜਰਮਨੀ ਦੇ ਵਿੱਚ ਜਿਹੜੀ ਜਾਂ ਫਰਾਂਸ ਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜੀ ਉੱਥੇ ਦੀ ਫਾਰਮੇਸੀਆਂ ਹੈ ਹਾਂਜੀ ਉਹਦੇ ਵਿੱਚ ਆਮ ਤੌਰ ਤੇ ਹੋਮੋਪੈਥਿਕ ਜਾਂ ਸਪਜਰਿਕ ਹੋਮੋਪੈਥੀ ਦੇ ਨਾਂ ਤੋਂ ਦਵਾਈਆਂ ਅਵੇਲੇਬਲ ਆ ਔਰ ਪਬਲਿਕ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਜਿਨ੍ਹਾਂ ਨੂੰ ਤਾਂ ਉਹ ਆਪਣੀ ਫਾਰਮੇਸੀ 'ਚ ਜਾ ਕੇ ਦਵਾਈ ਲੈ ਲੈਂਦਾ ਤੇ ਜਦੋਂ ਹਰ ਮੁਲਕ ਦਾ ਆਪਣਾ ਆਪਣਾ ਲਾਅ ਹੁੰਦੇ ਆ ਤੇ ਇਸ ਕਰਕੇ ਇੱਕ ਸਾਡੇ ਮਨ 'ਚ ਆਇਆ ਕਿ ਕਿਉਂ ਨਾ ਅਸੀਂ ਸਪਜਰਿਕ ਥੈਰੇਪੀ ਨੂੰ ਅੱਗੇ ਵਧਾਈਏ ਜ਼ਰੂਰ ਹਿਸਟਰੀ ਸੁਣ ਕੇ ਇਟਸ ਰੀਲੀ ਇੰਟਰਸਟਿੰਗ ਔਰ ਗੁਰੂ ਦਕਸ਼ਨਾ ਵੀ ਆਪਾਂ ਦੇਣੀ ਸੀ ਅਸੀਂ ਕੁਝ ਦੇ ਤਾਂ ਨਹੀਂ ਸਕਦੇ ਕਿਉਂਕਿ ਗੁਰੂਆਂ ਤੋਂ ਅਸੀਂ ਬਹੁਤ ਕੁਝ ਸਿੱਖਿਆ ਤੇ ਸਾਡੇ ਮਨ 'ਚ ਆਇਆ ਕਿ ਕਿਉਂ ਨਾ ਅਸੀਂ ਉਹਨਾਂ ਦੀ ਇੱਛਾ ਨੂੰ ਪੂਰਾ ਕਰੀਏ ਔਰ ਸਪਜਰਿਕ ਨੂੰ ਲੈ ਕੇ ਅੱਗੇ ਚੱਲੀਏ ਹਾਂਜੀ ਅਮੇਜ਼ਿੰਗ ਨੈਕਸਟ ਸਵਾਲ ਹੈਗਾ ਕਿ ਜਿਹਦਾ ਹਰ ਸਾਇੰਸ ਦੇ ਹਮ ਪ੍ਰਿੰਸੀਪਲਸ ਹੁੰਦੇ ਆ ਹਾਂਜੀ ਤੁਹਾਡੇ ਸਪਜਰਿਕ ਹੋਮਪੈਥੀ ਦੇ ਪ੍ਰਿੰਸੀਪਲਸ ਕੀ ਹੈਗੇ ਆ ਹਾਂਜੀ ਉਹ ਆਪਾਂ ਟਾਈਮ ਟੂ ਟਾਈਮ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਹਾਂਜੀ ਕਿ ਜਿਹੜੀ ਇੱਕ ਸਾਇੰਸ ਦੀ ਸਥਾਪਨਾ ਹੁੰਦੀ ਹੈ ਕੋਈ ਵੀ ਚੀਜ਼ ਆਪਾਂ ਇੱਕ ਅਸੀਂ ਟੀਵੀ ਪ੍ਰੋਗਰਾਮ ਕਰ ਰਹੇ ਹਾਂ ਤੇ ਸਾਡਾ ਇੱਕ ਟਾਰਗੇਟ ਹੈ ਕਿ ਅਸੀਂ ਐਜੂਕੇਟ ਕਰਨਾ ਹੈ ਨਾ ਅਵੇਅਰ ਕਰਨਾ ਹੈ ਔਰ ਦੇਖੋ ਕਿੰਨਾ ਅੱਛਾ ਸਾਡਾ ਇੱਕ ਪਲੇਟਫਾਰਮ ਸਾਨੂੰ ਮਿਲਿਆ ਤੇ ਹਰ ਚੀਜ਼ ਦਾ ਇੱਕ ਮਕਸਦ ਹੁੰਦਾ ਹੈ ਨਾ ਜ਼ਿੰਦਗੀ ਦੇ ਵਿੱਚ ਬਿਨਾਂ ਮਕਸਦ ਤੋਂ ਹੈ ਨਾ ਅਧੂਰੀ ਜੀ ਹੁੰਦੀ ਹੈ ਜ਼ਿੰਦਗੀ ਤੇ ਇਸ ਕਰਕੇ ਆਪਾਂ ਜਦ ਹੋਮੋਪੈਥਿਕ ਸੈਕਟਰ ਨੂੰ ਪੜ੍ਹਦੇ ਹਾਂ ਤੇ ਸਪਜਰਿਕ ਸੈਕਟਰ ਨੂੰ ਪੜ੍ਹਦੇ ਹਾਂ ਜੜੀ ਬੂਟੀਆਂ ਨੂੰ ਪੜ੍ਹਦੇ ਹਾਂ ਨੇਚਰ ਦੀ ਦਵਾਈਆਂ ਨੂੰ ਪੜ੍ਹਦੇ ਹਾਂ ਤਾਂ ਉਹਦਾ ਇੱਕ ਪ੍ਰਿੰਸੀਪਲ ਨਜ਼ਰ ਆਉਂਦਾ ਹੈ ਔਰ ਉਹ ਪ੍ਰਿੰਸੀਪਲ ਕੀ ਆ ਕਿ ਲਾਅ ਆਫ ਸਿਮਿਲਰ ਹੈ ਨਾ ਲਾਅ ਆਫ ਸਿਮਿਲਰ ਮਤਲਬ ਲਾਈਕ ਕਿਉਰਸ ਲਾਈਕ ਯਾਨੀ ਕਿ ਤੁਹਾਨੂੰ ਜੜੀ ਬੂਟੀਆਂ ਔਰ ਜਾਂ ਕੋਈ ਵੀ ਚੀਜ਼ ਤੁਹਾਨੂੰ ਸਟਿਮੂਲੇਟ ਕਰਕੇ ਕਰੂਡ ਫਾਰਮ ਜਦ ਤੁਸੀਂ ਉਹਨੂੰ ਖਾਂਦੇ ਆ ਹੈ ਨਾ ਇਹਦੇ ਐਕਚੁਅਲੀ ਲਾਅ ਆਫ ਸਿਮਿਲਰ ਨੂੰ ਕਈ ਤਰੀਕੇ ਨਾਲ ਲਿਆ ਜਾ ਸਕਦਾ ਉਹ ਨੈਚੁਰਲ ਲਾਜ਼ ਨੂੰ ਇੱਕ ਤਰੀਕੇ ਤੋਂ ਤੁਸੀਂ ਡਿਵੈਲਪ ਨਹੀਂ ਕਰ ਸਕਦੇ ਉਹਨੂੰ ਬੜੇ ਤਰੀਕੇ ਨਾਲ ਦੇਖਣਾ ਪੈਣਾ ਹੈ ਔਰ ਮੈਂ ਜ਼ਰੂਰ ਇਸ ਕਹਿਣਾ ਚਾਹੂੰਗਾ ਕਿ ਸਾਡੇ ਜਿਹੜੇ ਹੋਮੋਪੈਥਿਕ ਕਮਿਊਨਿਟੀ ਹੈ ਉਹਦੇ ਵਿੱਚ ਕਾਫੀ ਐਕਸਪਰਟਸ ਹੈਗੇ ਉਹਨਾਂ ਦੀ ਰਾਏ ਇਹਦੇ ਉੱਤੇ ਬਹੁਤ ਸਾਨੂੰ ਮਿਲਦੀ ਰਹਿੰਦੀ ਔਰ ਮਿਲੇਗੀ ਤਾਂ ਉਹਦੇ ਉੱਤੇ ਅਸੀਂ ਆਪਣਾ ਵਿਊ ਵੀ ਉਹਨਾਂ ਦੇ ਨਾਲ ਰੱਖਾਂਗੇ ਲੇਕਿਨ ਲਾਅ ਆਫ ਸਿਮਿਲਰ ਦੇ ਵਿੱਚ ਜੇ ਤੁਸੀਂ ਹਰਬਲਿਜ਼ਮ ਨੂੰ ਦੇਖੋ ਜਾਂ ਜੜੀ ਬੂਟੀਆਂ 'ਤੇ ਆਧਾਰਿਤ ਜਿਹੜੀ ਪ੍ਰਿੰਸੀਪਲ ਨੂੰ ਦੇਖੋ ਤਾਂ ਤੁਸੀਂ ਦੇਖੋਗੇ ਕਿ ਲੋਹਾ ਲੋਹੇ ਨੂੰ ਕੱਟਦਾ ਹੈ ਹੈ ਨਾ ਜ਼ਹਿਰ ਨੂੰ ਮਾਰਦਾ ਹੈ ਇਹ ਜਿਹੜਾ ਪ੍ਰਿੰਸੀਪਲ ਹੈਗਾ ਇਹਦਾ ਮਤਲਬ ਇਹ ਹੈਗਾ ਕਿ ਜਿਹੜੀ ਚੀਜ਼ ਤੁਹਾਨੂੰ ਬਿਮਾਰ ਕਰ ਰਹੀ ਆ ਉਹੀ ਕਿਤੇ ਨਾ ਕਿਤੇ ਤੁਹਾਨੂੰ ਠੀਕ ਕਰ ਲਿਆ ਤਾਂ ਪੈਰਾਸੈਲਸਸ ਨੇ ਕਿਹਾ ਸੀ ਕਿ ਜਦ ਤੁਹਾਡੀ ਬੋਡੀ ਦੇ ਜਿਹੜੇ ਸਾਲਟਸ ਆ ਮਿਨਰਲਸ ਆ ਹੈ ਨਾ ਵਿਟਾਮਿਨਸ ਆ ਜਦੋਂ ਇੰਬੈਲੈਂਸ ਹੋ ਜਾਂਦੇ ਆ ਤਾਂ ਉਹੀ ਵਰਤੋਂ ਤੁਸੀਂ ਕਰਕੇ ਉਹਨੂੰ ਪੂਰਤੀ ਕਰਕੇ ਹੈ ਨਾ ਤੁਸੀਂ ਆਪਣੀ ਬੋਡੀ ਨੂੰ ਬੈਲੈਂਸ ਕਰ ਸਕਦੇ ਆ ਇਹ ਉਹਨਾਂ ਨੇ ਲਾਅ ਆਫ ਸਿਮਿਲਰ ਨੂੰ ਇਸ ਤਰੀਕੇ ਨਾਲ ਲਿਆ ਹਨੀਮੈਨ ਜੀ ਨੇ ਜਦ ਲਾਅ ਆਫ ਸਿਮਿਲਰ ਤੇ ਆਪਣਾ ਐਕਸਪੈਰੀਮੈਂਟ ਸਟਾਰਟ ਕੀਤਾ ਤਾਂ ਉਹਨਾਂ ਨੂੰ ਉਹਦੇ ਵਿੱਚੋਂ ਇੱਕ ਨਵੀਂ ਚੀਜ਼ ਮਿਲੀ ਕਿ ਜਿਹੜੀ ਜੜੀ ਬੂਟੀ ਜਿਹੜਾ ਕਰੂਡ ਫਾਰਮ ਜੜੀ ਬੂਟੀ ਦਾ ਖਾ ਕੇ ਸਿੱਧਾ ਉਹਨਾਂ ਨੂੰ ਸਿੰਪਟਮ ਦਿੰਦਾ ਯਾਨੀ ਕਿ ਬਿਮਾਰ ਕਰਦਾ ਹੈ ਨਾ ਜਿੱਦਾਂ ਆਪਾਂ ਦੱਸਣਾ ਚਾਹਾਂਗੇ ਕਿ ਹਨੀਮੈਨ ਜੀ ਨੇ ਸਿਨਕੋਨਾ ਬਾਰ ਇੱਕ ਜਿੱਦਾਂ ਸਾਨੂੰ ਰਿਸਰਚ ਤੇ ਪਤਾ ਚੱਲਦਾ ਹੈ ਉਹਦੇ ਵਿੱਚ ਕਾਫੀ ਵਿਊਜ਼ ਹੈਗੇ ਆ ਕਾਫੀ ਜਿਹੜੇ ਲੋਕਾਂ ਦੇ ਆਪਣੀ ਰਾਏ ਹੈਗੀ ਹੈ ਕਿ ਉਹ ਖਾਂਦੇ ਸੀ ਉਹਨੂੰ ਟੇਸਟ ਕਰਦੇ ਸੀ ਉਹਦਾ ਐਕਸਟ੍ਰੈਕਟ ਕਰੂਡ ਫਾਰਮ ਨੂੰ ਚਬਾਉਂਦੇ ਸੀ ਤਾਂ ਉਹਨਾਂ ਦੀ ਬੋਡੀ ਦੇ ਵਿੱਚ ਫੀਵਰ ਟਾਈਪ ਦੇ ਸਿੰਪਟਮਸ ਆ ਜਾਂਦੇ ਸੀ ਉਹਨਾਂ ਨੂੰ ਇੱਦਾਂ ਲੱਗਦਾ ਸੀ ਕਿ ਮੇਰਾ ਸਰੀਰ ਜਿਹੜਾ ਹੈ ਉਹ ਫੀਵਰ ਹੈ ਉਸੇ ਵਾਰ ਨੂੰ ਉਹਨਾਂ ਨੇ ਜੜੀ ਬੂਟੀ ਨੂੰ ਪਾਣੀ 'ਚ ਪਾ ਕੇ ਡਾਇਲੂਟਡ ਕਰਕੇ ਪੀਆ ਤਾਂ ਉਹਦੇ ਸਿੰਪਟਮ ਚਲੇ ਗਏ ਤਾਂ ਉਹਨਾਂ ਨੂੰ ਉਹੀ ਲਾਅ ਆਫ ਸਿਮਿਲਰ ਤੋਂ ਇੱਕ ਖਿਆਲ ਆਇਆ ਕਿ ਕਿਉਂ ਨਾ ਅਸੀਂ ਜੜੀ ਬੂਟੀ ਦੀ ਕਰੂਡ ਫਾਰਮ ਨੂੰ ਐਕਸਟ੍ਰੈਕਟ ਦੀ ਬਜਾਏ ਅਰਕ ਦੀ ਬਜਾਏ ਉਹਨੂੰ ਡਾਇਲੂਟਡ ਕਰਕੇ ਅਸੀਂ ਲੈਂਦੇ ਹਾਂ ਕਿਉਂਕਿ ਉਹਦੇ ਵਿੱਚ ਦੇਖੋ ਇੱਕ ਬਹੁਤ ਬੜੀ ਸਾਇੰਸ ਆ ਉਹਨਾਂ ਦੀ ਕਿ ਉਹਨਾਂ ਦੇ ਜਦ ਤੁਸੀਂ ਦੇਖੋਗੇ ਕਿ ਉਹਨਾਂ ਨੇ ਕੋਈ ਵੀ ਪਲਾਂਟ ਜਦ ਤੁਸੀਂ ਖਾਂਦੇ ਜਿੱਦਾਂ ਪਿਆਜ਼ ਕੱਟਦੇ ਆ ਤਾਂ ਤੁਹਾਨੂੰ ਫਲੂ ਟਾਈਪ ਦੇ ਸਿੰਪਟਮ ਹੋ ਜਾਂਦੇ ਆ ਉਹੀ ਪਲਾਂਟ ਦੀ ਉਹਨਾਂ ਨੇ ਪਿਆਜ਼ ਦੀ ਇੱਕ ਦਵਾਈ ਬਣਾਤੀ ਡਾਇਲੂਟਡ ਜਦ ਤੁਸੀਂ ਲੈਂਦੇ ਆ ਤਾਂ ਤੁਹਾਡੇ ਸਿੰਪਟਮ ਠੀਕ ਹੋ ਜਾਂਦੇ ਬੈਲੈਂਸ ਕਰ ਦਿੰਦੀ ਹੈ ਤੇ ਉਹਨਾਂ ਨੇ ਲਾਅ ਆਫ ਸਿਮਿਲਰ ਨੂੰ ਰੱਖ ਲਿਆ ਦੂਜਾ ਜਿਹੜਾ ਪ੍ਰਿੰਸੀਪਲ ਲੈ ਕੇ ਆਇਆ ਉਹਨਾਂ ਨੇ ਰੱਖਿਆ ਕਿ ਇਹਨੂੰ ਅਸੀਂ ਵੈਰੀ ਮਿਨੀਮਮ ਡੋਜ਼ यानी कि बहुत छोटी डोज यानी कि बहुत डायलूटेड डोज रखांगे ताकि साइड इफेक्ट ना होवे देखो उन्हां दा मकसद जिहड़ा सीगा उन्हां दे पिछे उन्हां दा बड़ा मकसद सी क्योंकि एक तां उन्हां ने कन्वेंशनल मेडिसिन्स दी स्टडी कीती सी फार्मेसी से उस समय
बड़े साइड इफैक्ट हो रहे सी उस दवाई के कैमिकल मैडिसिनस के मॉडर्न मैडिसिनस के, तो उन्होंने देखा, उन्होंने मन च बनाया कि नहीं मैं क्रूड फॉर्म ना दे के ਉਹਦਾ, क्योंकि हर्बलिज्म ਦੇ ਵਿੱਚ मैं ਇੱਥੇ ਜ਼ਰੂਰ ਦੱਸਣਾ ਚਾਹੂੰਗਾ ਕਿ ਹਰਬਲਿਜ਼ਮ ਦੇ ਵਿੱਚ ਵੀ ਪਲਾਂਟ ਬੇਸਡ ਮੈਡੀਸਿਨਸ ਜਿਹੜੀ ਹੁੰਦੀ ਆ ਉਹਨੂੰ ਜੇ ਤੁਸੀਂ ਬਿਨਾਂ ਸੋਚੇ ਸਮਝੇ ਖਾਓਗੇ ਉਹ ਵੀ ਹਾਰਮ ਕਰਦੀ ਹੈ। ਹਾਂਜੀ, ਇਹ ਤੁਸੀਂ ਜ਼ਰੂਰ ਦੱਸੋ, ਲੋਕਾਂ ਨੂੰ ਮਿਸਅੰਡਰਸਟੈਂਡ ਕਰਦੇ ਆ, ਕਿਉਂਕਿ ਕਈ ਤਸੀਰ ਹੁੰਦੀ ਆ। ਤੁਸੀਂ ਦੇਖੋ ਬੋਡੀ ਟਾਈਪ ਆ, ਆਪਾਂ ਤਸੀਰ ਉਹਨੂੰ ਕਹਿੰਦੇ ਆ, ਹੈ ਨਾ, ਬੋਡੀ ਟਾਈਪ। ਉਹਦੇ ਵਿੱਚ ਕੀ ਹੈ ਕਿ ਜਿੱਦਾਂ ਹੁਣ ਕੋਈ ਲਸਣ ਖਾਂਦਾ ਹੈ ਜਾਂ ਕੋਈ ਅਦਰਕ ਖਾਂਦਾ ਹੈ, ਉਹਨੂੰ ਗਰਮੀ ਪੈ ਜਾਂਦੀ ਹੈ ਕਿਉਂਕਿ ਉਹਦਾ ਜਿਹੜਾ ਸਵਾਬ ਗਰਮ ਆ, है ना। हाँ जी। और जड़ी बूटी का भी स्वभाव गर्म आ, वो लहसुन का भी स्वभाव गर्म आ, जिंजर का भी स्वभाव गर्म आ। हाँ नट्स कोई खांदा उन्होंने गर्मी कई और कईयां नूं सूट करदा। हाँ जी। तो वो चीज़ दे उत्ते हनीमैन जी ने कहा कि ये तो बहुत हाउसहोल्ड चीज़ आ। हाँ जी। है ना। उन्होंने वो अपने एक्सपैरीमेंट विच की कर दिता कि ये सीधा खाने की बजाय इनू मैं छोटी मात्रा च दूंगा और छोटी मात्रा का एक लॉ रख दिता। हाँ जी। है ना। ਉਹਨੂੰ ਮਿਨੀਮਮ ਡੋਜ਼ ਉਹਨੂੰ ਕਹਿੰਦੇ ਆ ਤੇ ਇਹ ਦੋ ਪ੍ਰਿੰਸੀਪਲ ਹੋ ਗਏ। ਫਿਰ ਉਹਨੂੰ ਪੋਟੈਂਸੀਜ਼ ਕਹਿੰਦੇ ਆ, ਹੈ ਨਾ। ਉਹਨੂੰ ਪੋਟੈਂਟਾਈਜੇਸ਼ਨ ਕਰਨਾ ਯਾਨੀ ਕਿ ਉਹਨੂੰ ਡਾਇਲੂਸ਼ਨਸ ਵਿਧੀ ਬਣਾਣੀ ਉਹਨੂੰ, ਹੈ ਨਾ, ਕਿ ਉਹ ਇੱਕ ਰੇਸ਼ੋ ਹੈ, ਸਾਇੰਟਿਫਿਕ ਰੇਸ਼ੋ ਆ ਕਿ 1:10 और 1:99 एक यानी कि एक पार्ट ऑफ द मेडिसिन मिक्स करना 10 पार्ट ऑफ द और 9 पार्ट ऑफ द बेस मिनरल वाटर च कर लो या कोई भी बेस ਉਹਦੇ ਵਿੱਚ बना के ਉਹਦੇ ਵਿੱਚ मिक्स करना यानी एक पार्ट ऑफ द प्लांट और 9 पार्ट और 10 पार्ट ऑफ द वाटर ਉਹਨੂੰ मिक्स करके ਉਹ डायलूशनस बनाने और ਉਹਦੇ ਵਿੱਚ ਹੀ ਹੋਮੋਪੈਥਿਕ ਦੇ ਵਿੱਚ ਸਪਜਰਿਕ ਜ਼ਿਆਦਾਤਰ ਯੂਜ਼ ਕਰਦੀ ਹੈ 1:10 और ਜਿਹੜੀ ਹੋਮੋਪੈਥਿਕ ਹੈਗੀ ਹੈ ਕਲਾਸਿਕਲ ਹੋਮੋਪੈਥੀ ओल्ड पोटेंसी वो कर दिया 1:99 यानी कि 1 पार्ट ऑफ द प्लांट एंड 99 पार्ट ऑफ द वाटर ਉਹਨੂੰ मिक्स करके वो फिर डायलूटेड करती चली जाती है ना। और ਇਹਦੇ ਵਿੱਚ भी ਜਿਹੜਾ एक डायलूशन हो चुका ਉਹਦੇ ਵਿੱਚੋਂ ਹੀ पार्ट दूजा बनाना यानी कि नया प्लांट नहीं लेना। सो वो ਅਸੀਂ ਜ਼ਰੂਰ ਕਿਸੇ ਦਿਨ ਡੈਮੋਨਸਟ੍ਰੇਸ਼ਨ ਕਰਕੇ ਦਿਖਾਵਾਂਗੇ। ਤਾਂ ਹੋਮੋਪੈਥਿਕ ਜਿਹੜੀ ਹੈਗੀ ਡਾਇਲੂਸ਼ਨ ਇਹ ਦੋ ਲਾਅ ਉਹਨਾਂ ਨੇ ਬੜੇ ਕੱਢੇ और ਉਹਨਾਂ ਨੂੰ ਸਾਇੰਟਿਸਟ ਕਿਹਾ ਜਾਂਦਾ। ਦੇਖੋ ਐਕਸਪਰਟ एक बहुत बड़े असी तुसी ही फॉलो नहीं कर रहे होम्योपैथी ਨੂੰ। ਇਹ ਬਹੁਤ बड़ी एक साइंस है, एक बहुत बड़ी विद्या आ वर्ल्ड ਦੇ ਵਿੱਚ ਚੱਲ ਰਹੀ ਹੈ और बड़ी बड़ी किताबां लिखी हुई है ਇਹਦੇ ਉੱਤੇ। ਇਹਦਾ ਮਤਲਬ ਵੀ ਰੀਅਲ ਸਾਇੰਸ ਹੈਗੀ ਆ ਫਿਰ। ਹਾਂਜੀ ਇਹਦੇ ਵਿੱਚ ਕਈ ਲੋਕੀ ਕਹਿੰਦੇ ਰੀਅਲ ਹੈਗੀ ਆ ਕਿ ਨਹੀਂ। ਦੇਖੋ ਇਹਦੇ ਵਿੱਚ ਦੇਖੋ ਇਹ ਜਗਤ ਦੇਖੋ ਇਹ ਸਵਾਲ ਸਵਿਤਾ ਜੀ ਤੁਹਾਡੇ ਬਹੁਤ ਕਿਉਂਕਿ ਤੁਸੀਂ ਆਪਣੀ ਜੌਬ ਕਰ ਰਹੇ ਹੋ ਔਰ ਤੁਸੀਂ ਆਪਣੇ ਸਵਾਲ ਕਰ ਰਹੇ ਹੋ ਔਰ ਮੈਂ ਬਹੁਤ ਲਾਈਕ ਕਰਦਾ ਕਿ ਤੁਹਾਡੇ ਜਿਹੜੇ ਸਵਾਲ ਆ ਉਹ ਸਾਡੇ ਦਰਸ਼ਕਾਂ ਨੂੰ ਸਾਡੇ ਵੀਅਰ ਨੂੰ ਜ਼ਰੂਰ ਜਾਣਕਾਰੀ ਦੇ ਰਹੇ ਹੋਣੇ ਆ, ਬੜੀ ਨੌਲੇਜ बढ़ा ਰਹੇ ਹੋ ਉਹਨਾਂ ਨੇ। ਔਰ ਦੇਖੋ ਸਭ ਤੋਂ ਪਹਿਲਾਂ ਤਾਂ ਇਹਦਾ ਇੱਕ ਛੋਟਾ ਜਿਹਾ ਸਿੰਪਲ ਆਨਸਰ ਮੇਰਾ ਇਹ ਹੈਗਾ ਕਿ 200 ਸਾਲ ਤੋਂ ਇੱਕ ਸਾਇੰਸ ਚਲੀ ਆ ਰਹੀ ਹੈ ਜਿਹਦੇ ਪ੍ਰਿੰਸੀਪਲ ਹਜ਼ਾਰਾਂ ਸਾਲ ਤੋਂ ਹੈ ਨਾ। ਜੇ ਆਪਾਂ ਹੋਮਿਓਪੈਥਿਕ ਦੀ ਫਾਊਂਡਰ ਦੀ ਗੱਲ ਕਰੀਏ ਲੌਬ ਸਿਮਿਲਰ ਜਿਨ੍ਹਾਂ ਨੇ ਹੋਮਿਓਪੈਥੀ ਬਣਾਈ ਉਹ 200 ਸਾਲ ਤੋਂ ਇਹ ਸਾਇੰਸ ਬਣਾਈ। ਉਹਨਾਂ ਦੇ ਜਿਹੜੇ ਗੁਰੂ ਸੀਗੇ ਉਹਨਾਂ ਦੇ ਜਿਹੜੇ ਆਈਡਲ ਸੀਗੇ ਪੈਰਾਸੈਲਸਸ ਉਹ 500 ਸਾਲ ਲੌਬ ਸਿਮਿਲਰ ਐਲਕਾਈਮੀ ਸਪਜਰਿਕ ਦੇ ਫਾਊਂਡਰ ਸੀਗੇ ਜਿਹਦੀ ਅੱਜ ਮੋਡਰਨ ਇੰਨੀ ਪੁਰਾਣੀ ਸਾਇੰਸ। और फिर ਅਸੀਂ ਆਪਣੇ ਮੁਲਕਾਂ ਚਲੇ ਜਾਂਦੇ ਹਾਂ ਹਰਬਲਿਜ਼ਮ ਹਜ਼ਾਰਾਂ ਸਾਲ ਲੱਖਾਂ ਸਾਲ ਪੁਰਾਣੇ। ਜੇ ਇੱਥੇ ਤੱਕ ਜੇ ਆਪਾਂ ਦੇਖੀਏ ਸਾਡੇ ਜਿਹੜੇ ਰਿਸ਼ੀ ਮੁਨੀ ਹੋਏ ਆ ਹੈ ਨਾ ਉਹਦੇ ਵਿੱਚ ਵੀ ਹਰਬਲਿਜ਼ਮ ਦਾ ਆਂਦਾ ਆ ਹੈ ਨਾ। ਰਾਮਾਇਣ ਦੇ ਵਿੱਚ ਕਿੰਨਾ ਸੋਹਣਾ ਇੱਕ ਜਦ ਲਕਸ਼ਮਣ ਜੀ ਮੂਰਛਿਤ ਹੋ ਗਏ ਸੀ ਤਾਂ ਉਹਦੇ ਵਿੱਚ ਦੇਖੋ वैद जी ने हिमालय तो जड़ी बूटी मंगवा के उन्होंने ठीक किया। तो ये एक साइंस समय के हिसाब नाल बदलती रहिंदी है ना। तो एक साइंस आ और ਉਹਨੂੰ ਤੁਸੀਂ ਰੀਅਲ ਸਾਇੰਸ ਕਹਿ ਲਓ ਜਾਂ ਉਹਨੂੰ ਸਾਇੰਸ ਕਹਿ ਲਓ। ਸਾਇੰਸ ਮਤਲਬ ਮੇਰਾ ਇੱਕ ਛੋਟਾ ਜਿਹਾ ਦਿਮਾਗ ਜਿਹੜਾ ਮੇਰਾ ਇੱਕ ਛੋਟਾ ਜਿਹਾ ਮੈਂ ਕਾਰਜ ਕਰ ਰਿਹਾ ਹੈ ਨਾ। ਹਾਲੇ ਬਹੁਤ ਕੁਝ ਸਿੱਖ ਰਹੇ ਹਾਂ, ਹਾਲੇ ਆਪਾਂ ਸਿੱਖਦੇ ਹਾਂ, ਬੜੇ ਬੜੇ ਐਕਸਪਰਟ ਦੇ ਨਾਲ ਆਪਾਂ ਸਿੱਖਦੇ ਹਾਂ। ਲੇਕਿਨ ਮੈਨੂੰ ਇੱਦਾਂ ਲੱਗਦਾ ਸਾਇੰਸ ਦਾ ਮਤਲਬ ਗਿਆਨ। ਸਾਇੰਸ ਨੇ ਕੀ ਚੀਜ਼ ਦਿੱਤੀ? ਗਿਆਨ, ਕਿ ਹਰ ਬੰਦੇ ਨੂੰ ਨੌਲੇਜ ਦੇ ਦਿੱਤੀ ਹੈ ਨਾ। ਹਰ ਬੰਦੇ ਨੂੰ ਨੌਲੇਜ ਦੇ ਦਿੱਤੀ ਕਿ ਇਹ ਚੀਜ਼ ਦੇ ਵਿੱਚ ਹੁਣ ਤੁਸੀਂ ਸਾਨੂੰ ਬਲਾਈਂਡਲੀ ਫੇਥ ਨਾ ਕਰਾਓ
है ना। मेरा साइंस का मतलब कि अज असी वर्ड लेकिन है तो जे आप सुपरिचुअल तो ही ये भी मत है ना। हुण ये कई बार होंगे कई परमात्मा मानते कई परमात्मा नहीं मानते है ना, कई फेवर च होंगे कई नहीं फेवर च होंगे। तो ये एक जगत बनाया परमात्मा ने, तो वो होम्योपैथी के कई लोग ये समर्थक भी हो गए है ना, कई लोग इन्हें सपोर्ट भी करोगे, कई लोग ये अगे, और ये चलता रहना चाहिए। देखो कोई भी चीज़ ब्लाइंडली फेथ करनी ना वो ठीक नहीं है ना। साइंस का मतलब यही है। तो इस करके बिच आके जिदा असीं बच्चों को पढ़ाते असीं आने देखते हैं पढ़ते उन्होंने बिच थोड़ा थोड़ा असीं कहते हैं ना स्ट्रिक्ट होंगे एक लॉ बनाते हैं ना। आप गड्डी चलाते आप कोई भी काम करते हैं तो वह एक लॉ होंगे, एक स्ट्रिक्ट अनुशासन आप कह सकते हैं। तो होम्योपैथी के जोड़े बंदे जोड़े एक्सपर्ट्स इनू साइंस नहीं मानते, जो क्वेश्चन रखते हैं तो होम्योपैथी कम्यूनिटी उसका आंसर देंदी है, लभदी है। तो ये एक जरूर एक इन्नी बड़ी साइंस किन्नी किताबां लिखियां किन्ने लोगों का भला कर रही है। देखो अज पूरे वर्ल्ड दे विच हर मुल्क दे विच मेरे ख्याल ना 84 जिहड़ी कंट्रियां तो ज़्यादा होम्योपैथिक अवेलेबल तुसीं ये देखो। और वर्ल्ड हैल्थ ऑर्गेनाइजेशन ने होम्योपैथिक नूं सब तो सैकेंड नंबर ते रखा कि एलोपैथी जिहड़ी जीपीज़ दी मेडिसिन उस तो बाद होम्योपैथी नूं रखा। देखो इत्थे कितना, और बच्चे बड़े लाइक करते हैं, बच्चे बड़े मिठी मिठी गोलियां लाइक करते हैं। हाउस होल्ड नेम आ तुसीं ये कोई हर घर दे विच मैनूं पूरा यकीन आ कि जिन्ने भी साडे व्यूअर हैगे आ होम्योपैथिक इन्नी फेमस आ कि कर हैगी आ। तुसीं ये देखो है ना, ये तो हैगा। तो लोग हुण जानना चाहते हैं कि चलो होम्योपैथी की गल्लां तो बहुत हो गई। हाँ जी, जानो हेल्थ टिप्स तुहाडे तो लेना चाहते हैं लोग। हाँ जी, ਇਹਦੇ ਵਿੱਚ देखो ਇਹਦੇ ਵਿੱਚ ना ਮੈਨੂੰ एक सवाल आया सी और साडे व्यूअर ने सानू फोन किया और कांशी टीवी नू फोन करके उन्होंने कुछ सवाल पूछे सी। तो साडा देखो साडा मकसद जिहड़ा हैगा आ अवेयर करना है ना। असी चाहते हैं कि होम्योपैथिक नू समझन, होम्योपैथिक नू पहला जानन, उदों बाद होम्योपैथी की कर सकती है। ये पिछे देखो कई तरह के समर्थक है, कई तरह के मिथ है। कई लोगों को लगता कि होम्योपैथी रिकोगनाइज नहीं, पर इत्थे होम्योपैथी का जोड़ा एक बहुत बड़ा सैक्टर है ना। कईयां नूं लगता कि होम्योपैथी जिहड़ी हैगी है इत्थे बनदी नहीं है ना। होम्योपैथी दी इत्थे 5 फार्मेसियां हैं यूके च, जर्मन दे विच है ना। और बिगेस्ट कंपनी जिहड़ी 200 साल तो होम्योपैथी कंपनी जिहड़ी दवाई बना रही है जर्मन दे विच है। कहने का मतलब ये सीगा कि होम्योपैथिक बड़े अच्छे कुछ डॉक्टर्स मैडिकल प्रोफैशन इन्हूं अडॉप्ट कर रहे हैं अपनी प्रैक्टिस में। डेंटिस्ट है, वैटनरी है, जोड़े डॉक्टर्स है एनीमल वो इनू होम्योपैथी साइड बाय साइड करते हैं। तो होम्योपैथिक दे विच मिथ की आ, मिथ ये आ कि होम्योपैथिक साइड इफेक्ट कर दी है। पर एक मैं तुहानूं कहना चाहता कि होम्योपैथिक साइड इफेक्ट नहीं करती है ना। ये वर्ड साइड इफेक्ट बड़ा रेयरली होंदा ही नहीं है ना। तुसीं देखो ये वरतों करके तुसीं देखो कि डायलूटेड जिहड़ी दवाई आ इस करके तो पानी क्या सैंड उन्होंने मौका मिल गया कि इन्नी डायलूटेड है साइड इफेक्ट नहीं दे रही तो ये पानी बन गया। सो लेकिन तुसीं देखो कि आपां कई बार दस्सिया कि होम्योपैथिक दे विच मिथ ये हैगा कि ये होम्योपैथिक कुछ काम नहीं करती। लेकिन जब तुसीं इहनूं देखोगे अपने जीवन में पाओगे इनू लैके आओगे तो थोड़ी जीवन की किदा देखो इत्थे विच मेरा जिहड़ा मत है मेरी जिहड़ी शिक्षा है वो ये आ कि किसी पूर्ण नहीं हैगा कोई भी इंसान। देखो है ना साडा मकसद है पूर्ण बनने का, लेकिन परमात्मा पूर्ण है ना। कंप्लीट जो शख्स हैगा वो परमात्मा। असी तो सिर्फ और अपना उत्थे अल्टीमेट गोल साडा टारगेट है उत्थे पहुँचने का ना। कोई भी साइंस कंप्लीट नहीं। इत्थे ही कहना कि होम्योपैथिक तुसीं लैंदे आ ते क्या दूजी दवाइयां जिहड़ी हैगी जीपी दी दवाइयां नहीं, जीपी दी दवाइयां नूं समझना पैना सब तो पहला। तो होम्योपैथी कॉम्पलीमेंटरी एंड अल्टरनेटिव मेडिसिन के एक्ट विच हैगी है, ठीक है। मेन स्ट्रीम मेडिसिन नहीं हैगी वो ਉਹਦੇ पैरलल हैगी आ, यानी कि ਉਹਦੇ ਨਾਲ जब तुसी फस्ट जिहड़ी चॉइस आ फस्ट जिहड़ी मेन स्ट्रीम हैगी आ ਉਹ ਤੁਹਾਡੀ जीपी ਦੀ ਮੈਡੀਕਲ ਸਾਇੰਸ ਆ ਮਾਡਰਨ ਸਾਇੰਸ ਆ। ਉਹ ਤੁਸੀਂ ਇੱਕ ਆਥੋਰਾਈਜੇਸ਼ਨ ਸਾਨੂੰ ਇਹ ਹੈ ਕਿ ਤੁਸੀਂ ਉਹ ਇੱਕ ਆਪਣੀ ਦਵਾਈ ਦੀ ਆਪਣੀ ਵਰਤੋਂ ਜਿਹੜੀ ਕਰ ਰਹੇ ਹੋ ਉਹ ਤੁਹਾਡਾ ਡਾਕਟਰਸ ਦੇ ਨਾਲ ਇੱਕ ਉਹਨਾਂ ਦਾ ਨਾਲ ਤੁਹਾਡੀ ਜਾਣਕਾਰੀ ਉਹਦੇ ਨਾਲ ਤੁਸੀਂ ਇੱਕ ਸਾਰੀ ਹਿਸਟਰੀ ਉਹ ਡਾਕਟਰ ਦੇ ਨਾਲ ਤੁਹਾਨੂੰ ਡਾਇਗਨੋਸ ਕਰਨ। देखो इत्थे ज्ञान
ਸਮਝਣ ਦੀ ਜ਼ਰੂਰਤ ਆ ਹਾਂਜੀ ਕਿ ਇੱਥੇ ਹਰ ਸਾਇੰਸ ਦਾ, ਹਰ ਬੱਚੇ ਦਾ, ਹਾਂਜੀ ਹਰ ਵਿਅਕਤੀ ਦਾ ਆਪਣਾ ਇੱਕ ਸੁਭਾਅ ਹੁੰਦਾ, ਆਪਣੀ ਇੱਕ ਕੈਪੇਬਿਲਿਟੀ ਹੁੰਦੀ ਹੈ। ਤੁਸੀਂ ਦੇਖੋ ਹੈ ਨਾ, ਕਿੰਨੇ ਤਰ੍ਹਾਂ ਦੀ ਗਾੜੀਆਂ, ਕਿੰਨੀ ਤਰ੍ਹਾਂ ਦੀ ਕਾਰਾਂ, ਕਿੰਨੇ ਤਰ੍ਹਾਂ ਦੇ ਮੋਬਾਈਲ ਹੈ, ਲੇਕਿਨ ਕਿਸੇ ਨੂੰ ਕੁਛ ਅੱਛਾ ਲੱਗਦਾ, ਕਿਸੇ ਨੂੰ ਹੈ, ਲੇਕਿਨ ਸਭ ਦਾ ਮਕਸਦ ਮੋਬਾਈਲ ਹੈ, ਸਭ ਦਾ ਮਕਸਦ ਆ ਕਮਿਊਨੀਕੇਸ਼ਨ, ਇੱਕ ਦੂਜੇ ਨਾਲ। ਦੇਖੋ ਡਿਜੀਟਲ ਵਰਡ ਆਇਆ ਹੈ ਨਾ, ਉੱਦਾਂ ਹੀ ਜਿਹੜੀ ਸਾਇੰਸ ਹੈਗੀ ਆ, ਮਾਡਰਨ ਸਾਇੰਸ ਆ, ਉਹ ਤੁਹਾਨੂੰ ਇੱਕ ਪਾਰਟ ਆਫ ਲਾਈਫ ਐਮਰਜੈਂਸੀ और थोड़ी डायग्नोज करने दी जरा ज्ञान। देखो सब सत्य विद्या और जो पदार्थ विद्या से जाने जाते हैं उन सब का आदि मूल परमेश्वर है। देखो जितनी भी विद्या इस संसार में आई हैं उन सबको परमात्मा ने भेजा है इंसान के द्वारा। देखो वो उसका है ना, और वो डॉक्टर रब मनिया। एक मॉडर्न साइंस जद थानू अपनी जिंदगी दे विच किन्ना वरतों कर रही है। ਤੁਹਾਡੀ ਜ਼ਿੰਦਗੀ ਦੇ ਵਿੱਚ ਹਰ ਕਿਸੇ ਦੇ ਵਿੱਚ ਤਾਂ ਪਲਾਂਟ ਅਵੇਲੇਬਲ ਨਹੀਂ, ਤੁਸੀਂ ਉਹਦੀ ਖੇਤੀ ਕਰਨੀ ਪੈਣੀ, ਉਹਦੇ ਉਸ ਪਲਾਂਟ ਦੇ ਬਾਰੇ ਪੂਰੇ ਸੰਸਾਰ ਨੂੰ 7 ਬਿਲੀਅਨ ਪਾਪੂਲੇਸ਼ਨ ਨੂੰ ਦਵਾਈਆਂ ਪਹੁੰਚਾਣੀ, ਤੇ ਉਹ ਕਿਤੇ ਨਾ ਕਿਤੇ ਘਾਟ ਪੈ ਸਕਦੀ ਹੈ। ਉਸ ਦੌਰਾਨ ਦੇ ਮੇਰੇ ਆਪਣੇ ਵਿਚਾਰ ਆ ਕਿ ਐਲੋਪੈਥੀ ਦੀ ਜਦ ਖੋਜ ਹੋਈ, ਉਹ ਮਾਡਰਨ ਮੈਡੀਸਨ ਦੀ ਖੋਜ ਹੋਈ, ਉਹ ਵੀ ਇਨਸਾਨ ਨੂੰ ਠੀਕ ਕਰਨ ਦਾ ਮਕਸਦ ਰੱਖਦੀ ਹੈ। ਉਹਨਾਂ ਦੀ ਸਾਡੀ ਰਿਸਪੈਕਟ ਕਰਨੀ ਚਾਹੀਦੀ ਹੈ। ਹੁਣ ਜਦ ਹੋਮਪੈਥੀ ਅਸੀਂ ਵਰਤੋਂ ਆਉਂਦੀ ਹੈ, ਉਹਦਾ ਕੀ ਕਾਰਨ ਆਉਂਦਾ ਕਿ ਇੱਕ ਵਿਅਕਤੀ ਬਹੁਤ ਟਾਈਮ ਤੋਂ ਇੱਕ ਆਪਣੀ ਪ੍ਰੋਬਲਮ ਨੂੰ ਲੈ ਕੇ ਸਫਰ ਕਰ ਰਿਹਾ। ਦੇਖੋ ਹੈ ਨਾ, ਇਹਦੇ ਵਿੱਚ ਸਮਝਣਾ ਪੈਣਾ, ਐਲੋਪੈਥੀ ਦਵਾਈਆਂ ਜਿਹੜੀ ਹੈਗੀਆਂ, ਜੀਪੀ ਦੀ ਦਵਾਈਆਂ ਹੈਗੀਆਂ, ਉਹ ਫਿਜ਼ੀਕਲ ਲੈਵਲ 'ਤੇ ਤੁਹਾਨੂੰ ਟਾਰਗੇਟ ਕੰਟਰੋਲ ਕਰ ਰਹੀ ਹੈ, ਤੁਹਾਡੀ ਮੈਨੇਜਮੈਂਟ ਕਰ ਰਹੀ ਹੈ, ਤੁਹਾਡੀ ਬਿਮਾਰੀ ਵਧੇ ਨਾ, और थानू एक साइंटिफिक एविडेंस बेस्ड मैडिसन कोशिश कर रही है देने की कि थोड़ी जी प्रॉब्लम आ वो बद के थोड़ी हैल्थ खराब ना हो जाए। हुण होम्योपैथी तुसी नाल उदे लैके आंदे है ना, और इहदे पिछे तुसी होम्योपैथी दे डॉक्टर, तुसी अपने डॉक्टर नू भी और जीपी नू भी दसना है। बहुत जरूरी है। ठीक है। ਉਹ ਤੁਸੀਂ ਹੁੰਦਾ ਕੀ ਆ कि एक मछली सारे तालाब में गंदा कर देती, यानी कि एक अनपढ़ता सारे तालाब की, एक पर्सन बिना किसी अथोराइजेशन दे, बिना किसी डायग्नोज दे, एक पर्सन हर चीज़ नू क्लेम कर रहा कि मैं इनू ठीक कर सकता, इदा नहीं होना चाहिए है ना। देखो कोई भी चीज़ नू ये नहीं कहना चाहिए कि ਅਸੀਂ ठीक कर सकते हैं। ਅਸੀਂ ਕੀ ਕਰਦੇ ਹਾਂ, ਹੋਮਪੈਥੀ ਦਾ ਜਿਹੜਾ ਡਾਟਾ ਬਣਿਆ ਕਿ ਐਕਿਊਟ ਲੈਵਲ ਤੇ ਜਦ ਤੁਹਾਨੂੰ ਕੋਈ ਪ੍ਰੋਬਲਮ ਹੁੰਦੀ ਆ ਔਰ ਕੋਈ ਕੰਪਲਿਕੇਟਿਡ ਡਿਜ਼ੀਜ਼ ਆ, ਲਾਈਫ ਥ੍ਰੈਟਨਿੰਗ ਡਿਜ਼ੀਜ਼ ਆ, ਉਹਦੇ ਤੇ ਤੁਸੀਂ ਅਨਨੈਸੈਸਰੀ ਟਾਈਮ ਨਾ ਗਵਾਓ। ਉਹ ਤੁਸੀਂ ਜੀਪੀ ਨਾਲ ਮਿਲ ਕੇ, ਡਾਕਟਰ ਨਾਲ ਮਿਲ ਕੇ ਤੁਸੀਂ ਇੱਕ ਟ੍ਰੀਟਮੈਂਟ ਕਰ ਰਹੇ ਆ, ਔਰ ਉਹਦੇ ਵਿੱਚ ਤੁਸੀਂ ਇੱਕਦਮ ਉਹਦੀ ਦਵਾਈਆਂ ਨਹੀਂ ਹਟਾਉਣੀ ਚਾਹੀਦੀ, ਕਿਉਂਕਿ ਉਹ ਵੀ ਅਕਸਰ ਇੱਕ ਸਾਇੰਸ ਆ ਔਰ ਉਹ ਆਪਣਾ ਕੰਮ ਕਰ ਰਹੀ ਹੈ। ਤਾਂ ਕੀ ਹੁੰਦਾ ਹੈ ਕਿ ਜਦ ਤੁਸੀਂ ਇੱਕ ਕੋਈ ਪ੍ਰੋਬਲਮ ਦੇ ਨਾਲ ਹੈ ਨਾ, ਕੋਈ ਇੱਕ ਸਮੱਸਿਆ ਦੇ ਨਾਲ ਪੂਰੀ ਜ਼ਿੰਦਗੀ ਮੈਂਟਲੀ ਪਰੇਸ਼ਾਨ ਹੋ ਚੁੱਕੇ ਆ ਹੈ ਨਾ, ਤੁਹਾਨੂੰ ਸਟ੍ਰੈਸ ਲੈਵਲ ਬਹੁਤ ਵੱਧ ਗਿਆ, ਤੁਸੀਂ ਮੈਂਟਲ ਇਲਨੈਸ ਤੁਹਾਨੂੰ ਸਟਾਰਟ ਹੋ ਗਈ ਹੈ, ਡਿਪਰੈਸ਼ਨ ਸਟਾਰਟ ਹੋ ਗਿਆ, ਤੁਹਾਡਾ ਜਿਹੜਾ ਸਿਰ ਦਰਦ ਹੋ ਰਿਹਾ ਹੈ ਨਾ, ਤੁਹਾਡੀ ਜਿਹੜੀ ਸਕਿਨ ਹੈਗੀ ਆ ਉਹ ਤੁਸੀਂ ਦਵਾਈ ਵਰਤੋਂ ਕਰਕੇ ਬਸ ਉਹਨੂੰ ਸੁਪਰੈਸ ਕਰ ਰਹੇ ਆ, ਤੇ ਉੱਥੇ ਕਿਤੇ ਨਾ ਕਿਤੇ ਹੋਮਪੈਥੀ ਦਾ ਸਹਾਰਾ ਲੈ ਕੇ ਤੁਹਾਨੂੰ ਇਮੋਸ਼ਨਲ ਲੈਵਲ ਤੇ, ਤੁਹਾਡੇ ਮੈਂਟਲੀ ਲੈਵਲ ਤੇ और ਤੁਹਾਨੂੰ ਫਿਜ਼ੀਕਲ ਲੈਵਲ ਤੇ ਬੂਸਟਅਪ ਮਿਲਦਾ ਹੈ ਨਾ। ਜਦੋਂ ਤੁਹਾਨੂੰ ਮਿਲਦਾ ਆ ਤੇ ਧੀਰੇ ਧੀਰੇ ਤੁਹਾਡੀ ਬੋਡੀ ਰਿਕਵਰ ਹੁੰਦੀ ਹੈ ਨਾ। ਹਾਲਾਂਕਿ ਤੁਹਾਡੀ ਜਿਹੜੀ ਦਵਾਈ ਹੈ ਉਹ ਚੱਲ ਰਹੀ ਆ, ਲੇਕਿਨ ਉਸ ਤੋਂ ਬਾਅਦ ਤੁਸੀਂ ਦੇਖੋਗੇ ਆਪਣੀ ਬੋਡੀ ਦੇ ਵਿੱਚ ਉਹ ਧੀਰੇ ਧੀਰੇ ਤੁਹਾਡੀ ਜਿਹੜੀ ਪ੍ਰੋਬਲਮ ਹੈਗੀ ਆ ਉਹ ਸਬਸਾਈਡ ਹੋ ਰਿਹਾ, ਬੂਸਟਅਪ ਕੌਨਫੀਡੈਂਸ ਮਿਲ ਰਿਹਾ। ਅਪਰੋਚ ਹੋਮਪੈਥੀ ਦੀ ਇਹ ਹੈਗੀ ਆ ਕਿ ਜਿਹੜੇ ਸਾਡੇ ਸਰੀਰ ਦੀ ਵਾਈਟਲ ਫੋਰਸ ਆ, ਪ੍ਰਾਣ ਸ਼ਕਤੀ ਆ ਹੈ ਨਾ, ਉਹਨੂੰ ਐਨਹਾਂਸ ਕਰਨਾ, ਬੂਸਟਅਪ ਕਰਨਾ है ना, साड़ी जी सोच आ वो पॉजिटिव हो गई, तो वो धीरे धीरे जब असी उस मेडिसिन और एलोपैथी तो बिल्कुल डिफरेंट आ, अपोजिट आ। इस करके आप ये कहना, मैं बिल्कुल लाइक नहीं करता कि लोगों नू इस गल ते कहना कि नहीं नहीं तुसी अपनी एक दवाई नू ट्राई ना करो, साड़ी दवाई नू ट्राई करो। नो, ਹੁੰਦਾ ਇਹ ਹੈ ਕਿ एक चीज़ का अपना महत्व आ। जीपी दी मेडिसिन्स एक बहुत इंपॉर्टेंट मेडिसिन्स आ है ना, और ਉਹਨੂੰ ਹਰ ਕਿਸੇ ਦੇ ਉੱਤੇ ਬਿਨਾਂ ਸਾਇੰਟਿਫਿਕ ਸਟੱਡੀ ਦੇ ਡਾਟਾ ਦੇ ਨਹੀਂ ਕਹਿਣਾ ਚਾਹੀਦਾ ਕਿ ਉਹ ਦਵਾਈ ਤੁਸੀਂ ਖਾ ਲਓ।
कि होम्योपैथी दे नाल खा लो तुसी एलोपैथी दी दवाई छड्ड दो, नहीं। ये बहुत ये होम्योपैथ दे जे इदां दा होम्योपैथ भी अपने लॉज तोड़ रहा, ऑथराइजेशन नहीं हैगा, लेकिन ये दोनों एक पूरक है, एक दूजे नूं हेल्प कर रहे हैं कि देखो ना कई चीज़ां ਉਹਦੇ ਵਿੱਚ नहीं ਹੁਣ ਸਾਡਾ ਜਿਹੜਾ ਡਾਟਾ ਹੈ ਅਸੀਂ 25 ਸਾਲ ਤੋਂ ਇੱਕ ਡਾਟਾ ਬਣਿਆ ਅਕਸਰ ਕੋਈ ਅਸੀਂ 25 ਸਾਲ ਤੋਂ ਅਸੀਂ ਇੱਕ ਸਿਸਟਮ ਨੂੰ ਲੈ ਕੇ ਪ੍ਰੈਕਟਿਸ ਕਰ ਰਹੇ ਹਾਂ ਤਾਂ ਬਟ ਨੈਚੁਰਲ ਉਹਦੇ ਵਿੱਚ ਕੁਝ ਲੋਕਾਂ ਨੂੰ ਇੰਪ੍ਰੈਸ ਹੋਏ ਹੋਣਗੇ ਤਾਂ ਸਾਨੂੰ ਉਹ ਡਾਟਾ ਕੀ ਦਿਖਦਾ ਕਿ ਔਰ ਮੈਂ ਬੜੇ ਇੱਕ ਕਿਉਂਕਿ ਯੰਗ ਟੈਲੈਂਟ ਦੇ ਵਿੱਚ ਇੱਕ ਹੁੰਦੀ ਹੈ ਕਿ ਆਪਾਂ ਇੱਕ ਸਾਫ਼ ਸਾਡੇ ਵਿੱਚ ਜੋਸ਼ ਹੁੰਦਾ ਆ ਔਰ ਅਸੀਂ ਆਪਣੇ ਐਕਸਪਰਟਾਂ ਦੀ ਰਾਏ ਲੈ ਕੇ ਉਹਨਾਂ ਦੀ ਜਿਹੜੀ ਐਡਵਾਈਸ ਲੈ ਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਜਿੱਥੇ ਤੁਹਾਨੂੰ ਲੱਗਦਾ ਕਿ ਐਲੋਪੈਥੀ ਕੰਮ ਨਹੀਂ ਕਰ ਰਹੀ ਜਿਨ ਪ੍ਰੋਬਲਮਾਂ 'ਤੇ ਔਰ ਕੰਪਲਿਕੇਟਿਡ ਕੇਸਿਸ ਦੇ ਵਿੱਚ ਆਵਾਗੌਨ ਹੋਮੋਪੈਥਿਕ ਜਾਂ ਕੋਈ ਵੀ ਹਰਬਲ ਮੈਡੀਸਨ ਟਰਾਈ ਨਹੀਂ ਕਰਨੀ ਚਾਹੀਦੀ ਬਿਨਾਂ ਆਪਣੇ ਜੀਪੀ ਦੀ ਸਲਾਹ ਲੈ ਕੇ ਪਰ ਜਿੱਥੇ ਤੁਹਾਨੂੰ ਲੱਗਦਾ ਕਿ ਮੇਰੀ ਇਹ ਕਾਮਨ ਪ੍ਰੋਬਲਮਸ ਹੈਗੀ ਆ ਔਰ ਮੈਂ ਸਾਰੀ ਉਮਰ ਦਵਾਈ ਖਾਣ ਦੀ ਬਜਾਏ ਕਿਉਂ ਨਾ ਇੱਕ ਸਾਈਡ ਇਫੈਕਟ ਲੈਣ ਦੀ ਬਜਾਏ ਇੱਕ ਹੋਮੋਪੈਥੀ ਨੂੰ ਟਰਾਈ ਕਰਕੇ ਕੁਛ ਸਟ੍ਰੈਸ ਲੈਵਲ ਆ ਹੈ ਨਾ ਮੈਂਟਲ ਇਸ਼ੂਜ਼ ਆ ਤੁਹਾਨੂੰ ਜੁਆਇੰਟਸ ਪ੍ਰੋਬਲਮਸ ਹੈਗੀਆਂ ਹੈ ਨਾ ਸਕਿਨ ਪ੍ਰੋਬਲਮਸ ਹੈਗੀਆਂ ਤੇ ਔਰ ਸਾਡੀ ਜਿਹੜੀ ਹੋਮੋਪੈਥੀ ਦਾ ਬੇਸ ਹੈਗਾ ਡਿਜ਼ੀਜ਼ ਵਾਈਜ਼ ਨਹੀਂ ਆ ਦੇਖੋ ਇਹਦੇ ਵਿੱਚ ਫਿਰ ਬੋਡੀ ਟਾਈਪ ਆ ਜਾਏਗਾ ਕਿਉਂ ਨਹੀਂ ਆ ਕਿਉਂਕਿ ਅਸੀਂ ਸਾਡੀ ਜਿਹੜੀ ਇੱਕ ਪ੍ਰੋਬਲਮ ਦੇ ਕਈ ਕਾਰਨ ਆ ਫਿਰ ਇਹ ਬੋਡੀ ਟਾਈਪ ਹੈਗਾ ਕੀ ਆ ਬੋਡੀ ਟਾਈਪ ਦਾ ਮਤਲਬ ਹੈ ਤੁਹਾਡਾ ਇੱਕ ਸੁਭਾਅ ਹੈ ਨਾ ਹਰ ਸਾਇੰਸ ਦੇ ਵਿੱਚ ਕੰਪਲੀਮੈਂਟਰੀ ਐਂਡ ਜਿਹੜੀ ਆਯੁਰਵੇਦਾ ਹੈ ਜਾਂ ਹੋਮੋਪੈਥਿਕ ਉਹਦੇ ਵਿੱਚ ਇੱਕ ਸਾਨੂੰ ਇੱਕ ਟਾਰਗੇਟ ਦਿੱਤਾ ਗਿਆ ਕਿ ਮਾਈਂਡ ਬੋਡੀ ਸੋਲ ਯਾਨੀ ਕਿ ਬੋਡੀ ਨੂੰ ਤੁਸੀਂ ਰਿਸਟੋਰ ਕਰਨਾ ਆਪਣੇ ਮਾਈਂਡ ਤੰਦਰੁਸਤ ਕਰਨਾ ਪੋਜ਼ਿਟਿਵ ਥਿੰਕਿੰਗ ਇਮੋਸ਼ਨਸ ਨੂੰ ਤੁਸੀਂ ਕੰਟਰੋਲ ਕਰਨਾ ਮੈਨੇਜ ਕਰਨਾ और फिजिकल लेवल पे जो सिम्टम्स आ रहे हैं उन्होंने ठीक करना तो हर आदमी का एक स्वभाव है ठीक है और वो स्वभाव ये है कि किसी का गर्म किसी का ठंडा है किसी का वायु विकार है ना और उन्होंने होमोपैथी विच लेना ਉਹਦੇ ਵਿੱਚ ਸਪਰਜਰਿਕ ਦੇ ਥਰੂ ਦੇਖਣਾ ਤਾਂ ਉਹਦੇ ਵਿੱਚ ਉਹਦਾ ਜਿਹੜਾ ਕਈ ਪਰਸਨ ਨਰਵਸ ਹੋ ਜਾਂਦੇ ਆ ਹੈ ਨਾ ਕਈ ਪਰਸਨ ਮਿਕਸਡ ਹੁੰਦੇ ਆ ਦੋ ਉਹਨਾਂ ਦੇ ਵਿੱਚ ਦੋ ਤਰ੍ਹਾਂ ਦੇ ਸੁਭਾਅ ਗਰਮ ਵੀ ਆ ਤੇ ਠੰਡਾ ਵੀ ਉਹਨਾਂ ਨੂੰ ਤੇ ਇਸ ਤਰ੍ਹਾਂ ਦੇ ਸੁਭਾਅ ਨੂੰ ਤਸੀਰ ਕਹਿੰਦੇ ਆ ਬੋਡੀ ਟਾਈਪ ਕਹਿ ਦਿੰਦੇ ਆ ਉਸ ਬੋਡੀ ਟਾਈਪ ਨੂੰ ਠੀਕ ਕਰਨਾ ਹਾਲਾਂਕਿ ਹੋਮੋਪੈਥੀ ਦੇ ਵਿੱਚ ਉਹਨੂੰ ਸੋਰਾ ਸਾਈਕੋ ਐਂਡ ਸਿੰਪਲੀ ਉਹਦੇ ਡਿਫਰੈਂਟ ਆ ਹੈ ਨਾ ਉਹ ਜਿਹੜੀ ਸਪਜਰਿਕਾ ਉਹਦੇ ਵਿੱਚ ਰਸ ਰਕਤ ਆ ਜਾਂਦਾ ਹੈ ਨਾ ਕਿ ਤੁਹਾਡਾ ਜਿਹੜਾ ਰਸ ਆ ਤੁਹਾਡੀ ਜਿਹੜੀ ਲਾਰ ਆ ਉਹ ਤੁਹਾਡੀ ਬੋਡੀ ਨੂੰ ਬਿਲਡ ਅਪ ਕਰਦੀ ਹੈ ਨਾ ਉਹ ਤੁਹਾਡੀ ਮਿਨਰਲਸ ਬਣਾਉਂਦੀ ਆ ਉਹ ਤੁਹਾਨੂੰ ਸਾਰਾ ਖਾਣਾ ਦਿੰਦੀ ਜਿਹੜਾ ਵੀ ਖਾਣਾ ਅਸੀਂ ਖਾਂਦੇ ਆ ਉਹਦੀ ਪਹਿਲਾਂ ਲਾਰ ਬਣਦੀ ਹੈ ਨਾ ਤੇ ਇਸ ਕਰਕੇ ਬੋਡੀ ਟਾਈਪ ਨੂੰ ਤੇ ਐਲੋਪੈਥੀ ਜੀਪੀਜ਼ ਡਿਜ਼ੀਜ਼ ਦੇ ਅਕੋਰਡਿੰਗ ਦਵਾਈ ਬਣਾ ਰਹੇ देखो थोड़ी प्रॉब्लम आई उन्होंने ਉਹਦੇ ਤੇ ਰਿਸਰਚ ਕਰਕੇ ਇੱਕ ਦਵਾਈ ਦਿੱਤੀ ਔਰ ਉਹ ਦਵਾਈ ਤੁਹਾਨੂੰ ਕੰਟਰੋਲ ਕਰ ਰਹੀ ਹੈ ਨਾ ਉਹ ਤੁਹਾਨੂੰ ਆਪਣੇ ਹਿਸਾਬ ਨਾਲ ਠੀਕ ਕਰ ਰਹੀ ਹੈ ਲੇਕਿਨ ਉਸ ਤੋਂ ਬਾਅਦ ਤੁਹਾਨੂੰ ਇਦਾਂ ਲੱਗਦਾ ਕਿ ਨਹੀਂ ਮੈਨੂੰ ਸਾਈਡ ਇਫੈਕਟ ਹੋ ਰਿਹਾ ਜਾਂ ਮੈਨੂੰ ਇਦਾਂ ਲੱਗਦਾ ਕਿ ਨਹੀਂ ਮੈਂ ਇਹ ਜੇ ਅਡਾਪਟ ਕਰੂੰਗਾ ਯੋਗਾ ਜਾਂ ਮੈਡੀਟੇਸ਼ਨ ਜਾਂ ਹੋਮੋਪੈਥੀ ਜਾਂ ਹਰਬਲਿਜ਼ਮ ਤਾਂ ਮੇਰੀ ਇਹ ਪ੍ਰੋਬਲਮ ਔਰ ਉਹਦੇ ਪਿੱਛੇ ਉਹ ਰਿਸਰਚ ਆਪਾਂ ਉਹਨਾਂ ਨੂੰ ਦਿਖਾਉਂਦੇ ਹਾਂ ਕਿ ਕਿੱਥੇ ਔਰ ਇਹਦੇ ਵਿੱਚ ਕੁਝ ਬਿਮਾਰੀਆਂ ਜਿਹੜੀ ਹੈਗੀ ਕੰਪਲਿਕੇਟਿਡ ਬਿਮਾਰੀਆਂ ਹੈਗੀਆਂ ਉਹਦੇ ਵਿੱਚ ਅਸੀਂ ਬਿਲਕੁਲ ਵੀ ਉਹਦੇ ਵਿੱਚ ਹੋਮੋਪੈਥਿਕ ਨੂੰ ਟਰਾਈ ਨਹੀਂ ਕਰਨਾ ਚਾਹੀਦਾ ਔਰ ਬਿਨਾਂ ਜੀਪੀ ਤੋਂ ਦੱਸੇ ਹੋਮੋਪੈਥਿਕ ਟਰਾਈ ਨਹੀਂ ਕਰਨਾ ਉਹਦੇ ਵਿੱਚ ਕੀ ਹੁੰਦਾ ਕਿ ਇੰਟਰੈਕਸ਼ਨ ਹੋ ਸਕਦਾ ਕਿਸੇ ਦਵਾਈ ਦਾ ਹੈ ਨਾ ਜੜੀ ਬੂਟੀਆਂ ਦਾ ਇਸ ਕਰਕੇ ਹੋਮੋਪੈਥਿਕ ਹਮੇਸ਼ਾ ਆਪਣੇ ਜੀਪੀ ਨੂੰ ਦੱਸ ਕੇ ਔਰ ਇਹਦੇ ਪਿੱਛੇ ਫਿਰ ਇੱਕ ਕੁਛ ਮੇਰੇ ਡਾਕਟਰਸ ਨਾਲ ਗੱਲ ਹੁੰਦੀ ਰਹਿੰਦੀ ਹੈ ਔਰ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਇਹਦੇ ਵਿੱਚ ਵੀ ਇੱਕ ਚੀਜ਼ ਆਉਂਦੀ ਹੈ ਕਿ ਅਸੀਂ ਕਈ ਆਨਲਾਈਨ ਦਵਾਈ ਖਰੀਦ ਰਹੇ ਹਾਂ ਮੈਂ ਉਹੀ ਪੁੱਛਣ ਵਾਲੀ ਸੀ ਤੁਹਾਨੂੰ ਕਿ ਕਈ ਲੋਕੀ ਨਾ ਹੋਮੋਪੈਥੀ ਮੈਡੀਸਿਨ ਜਿਹਦਾ ਆਪਣੇ ਮੁਲਕ ਤੋਂ ਲੈ ਲੈਂਦੇ ਆ ਇਹ ਸਹੀ ਕਰਦੇ ਆ ਲੋਕ ਦੇਖੋ ਇਹਦੇ ਵਿੱਚ ਇਹ ਕਹਿਣਾ ਕਿ ਇਹ ਕੰਮ ਸਹੀ ਹੈ ਜਾਂ ਗਲਤ ਨਹੀਂ ਇਹਦੇ ਪਿੱਛੇ ਮੈਂ ਇਹ ਕਹਿਣਾ ਚਾਹੂੰਗਾ ਕਿ ਇਹਦੇ ਪਿੱਛੇ ਥੋੜੀ ਜਿਹੀ ਸੋਚ ਆਪਣੀ ਚੇਂਜ ਹੋਣੀ ਚਾਹੀਦੀ ਹੈ ਕਿ ਦਵਾਈ ਦਾ ਮਾਮਲਾ ਆ ਉਹਨੂੰ ਜੇ ਅਸੀਂ ਲੋਕਲ ਲੈਵਲ ਤੇ ਇਸ ਵੈਦਰ ਦੇ ਹਿਸਾਬ ਨਾਲ ਇਸ ਪ੍ਰਕਿਰਤੀ ਨੇ ਹਰ ਮੁਲਕ ਦੇ ਵਿੱਚ ਵੱਖਰੇ ਵੱਖਰੇ ਪਲਾਂਟ ਦਿੱਤੇ ਆ ਉਸ ਪਲਾਂਟ ਦੀ ਵਰਤੋਂ ਉਸ
ਜਲਵਾਯੂ ਦੇ ਨਾਲ ਉਸ ਐਨवायरमेंट ਦੇ ਹਿਸਾਬ ਨਾਲ ਹੈਗੀ ਹੈ ਪਰਮਾਤਮਾ ਨੇ ਦਿੱਤਾ। ਦੇਖੋ ਨੀਮ ਇੰਡੀਆ 'ਚ ਦਿੱਤਾ, ਇੱਥੇ ਨਹੀਂ ਦਿੱਤਾ, ਹਾਂਜੀ ਹੈ ਨਾ। ਇੱਥੇ ਦੇ ਕਈ ਪੌਦੇ ਇੱਥੇ ਦਿੱਤੇ, ਉੱਥੇ ਨਹੀਂ ਦਿੱਤੇ। ਤਾਂ ਕਿਤੇ ਨਾ ਕਿਤੇ ਸਾਨੂੰ ਇਹ ਚੀਜ਼ ਦੇਖਣੀ ਪੈਣੀ ਹੈ ਕਿ ਲੋਕਲ ਲੈਵਲ 'ਤੇ ਅਸੀਂ ਇੱਕ ਡਾਕਟਰ ਨੂੰ ਦਿਖਾਇਆ ਨਹੀਂ, ਇੱਕ ਡਾਕਟਰ ਨੂੰ ਮਿਲੇ ਨਹੀਂ, ਔਰ ਫਿਰ ਅਸੀਂ ਬਾਈ ਪੋਸਟ ਦਵਾਈ ਮੰਗਾਉਂਦੇ ਹਾਂ। ਤਾਂ ਉਹਦੇ ਪਿੱਛੇ ਅਸੀਂ, ਮੇਰਾ ਇੱਕ ਮਤ ਇਹ ਹੈਗਾ ਕਿ ਇੱਥੇ ਦੇ ਲੋਕਲ, ਹਾਂਜੀ, ਅਸੀਂ ਕਿਸੇ ਦੇ ਨਾਲ ਮਿਲ ਕੇ ਉਹਨੂੰ ਦਿਖਾ ਕੇ ਚੀਜ਼ ਲੈਂਦੇ ਹਾਂ, ਹੈ ਨਾ। ਦੇਖੋ ਇੱਥੇ ਇੱਕ ਹਾਸੇ ਦੀ ਗੱਲ ਇਹ ਹੈ ਕਿ ਅਸੀਂ ਜਦ ਕੁਆਲਿਟੀ ਦੀ ਗੱਲ ਆਉਂਦੀ ਆ, ਹਾਂਜੀ, ਤੇ ਆਪਾਂ ਸੂਟ ਅੱਛਾ ਖਰੀਦਦੇ ਹਾਂ, ਆਪਾਂ ਆਪਣੇ ਜੁੱਤੇ, ਹੈ ਨਾ, ਆਪਾਂ ਘਰ ਦੇ ਵਿੱਚ ਮਟੀਰੀਅਲ ਬਹੁਤ ਅੱਛਾ ਖਰੀਦਦੇ ਹਾਂ, ਹਾਈ ਸਟੈਂਡ, ਉਹਦੇ ਵਿੱਚ 4 ਪੈਸੇ ਜ਼ਿਆਦਾ ਵੀ ਲੱਗ ਜਾਣ ਤਾਂ ਕੁਆਲਿਟੀ ਚਾਹੀਦੀ ਆ। ਲੇਕਿਨ ਜਦ ਸਾਡੀ ਜਿੰਨੇ ਵੀ ਕੰਮ ਹੈਗੇ ਆ ਉਹ ਸਾਡੇ ਇਸ ਬੋਡੀ ਨੇ ਕਰਨੇ ਆ, ਇਹ ਤੰਦਰੁਸਤ ਰਹੇਗੀ ਤਾਂ ਸਾਰੇ ਕੰਮ ਹੋਣੇ ਆ। ਅਸੀਂ ਅੱਛੇ ਘਰ 'ਚ ਵੀ ਰਹਿ ਸਕਦੇ, ਅੱਛੀ ਗੱਡੀ ਵੀ ਚਲਾ ਸਕਦੇ ਹਾਂ, ਅੱਛਾ ਸੂਟ ਵੀ ਪਾ ਸਕਦੇ ਹਾਂ, ਅੱਛੇ ਕੱਪੜੇ ਵੀ ਪਾ ਸਕਦੇ ਹਾਂ। ਲੇਕਿਨ ਜਦ ਅਸੀਂ ਆਪਣੇ ਸਰੀਰ ਦੀ ਗੱਲ ਆਉਂਦੀ ਆ ਤਾਂ ਉਹਦੇ ਵਿੱਚ ਅਸੀਂ ਕੰਪਰੋਮਾਈਜ਼ ਕਰ ਲੈਂਦੇ ਹਾਂ, ਆਪਾਂ ਉਹਦੇ ਵਿੱਚ ਲੋ ਕੁਆਲਿਟੀ। ਇਸ ਕਰਕੇ ਇੱਥੇ ਦੀ ਜਿਹੜੀ ਕੁਆਲਿਟੀ ਅੱਛੀ ਮਿਲੇਗੀ, ਔਰ ਇੱਥੇ ਦੇ ਜਿਹੜੇ ਕਿਸੇ ਹੋਮਪੈਥੀ ਨਾਲ ਦਿਲ ਦੀ ਗੱਲਾਂ ਤੁਸੀਂ ਉਹਦੇ ਨਾਲ ਆਪਣੇ ਇਮੋਸ਼ਨਸ ਸ਼ੇਅਰ ਕਰਦੇ ਆ। ਇੱਕ ਫਿਜ਼ੀਕਲ ਤੁਹਾਨੂੰ ਬੂਸਟਅਪ ਦਿੰਦਾ ਆ, ਹੈ ਨਾ, ਤੁਹਾਨੂੰ ਆ ਕੇ ਤੁਹਾਡੇ ਨਾਲ ਮਿਲਦਾ ਆ ਅੱਧਾ ਪੌਣਾ ਘੰਟਾ। ਦੇਖੋ ਇੱਕ ਬਹੁਤ ਬੜੀ ਗੱਲ ਆ ਕਿ ਅੱਧਾ ਪੌਣਾ ਘੰਟਾ ਤੁਸੀਂ ਉਹਦੇ ਨਾਲ ਜਦ ਮਿਲਦੇ ਆ ਤਾਂ ਉਹਦੇ ਨਾਲ ਤੁਸੀਂ ਵਰਤੋਂ ਕਰਦੇ ਆ, ਹੈ ਨਾ। ਸੋ ਇਸ ਕਰਕੇ ਇਹਦੇ ਵਿੱਚ ਮੇਰਾ ਸਿਰਫ ਇਹ ਹੈ ਕਿ ਜੇ ਤੁਸੀਂ ਹੋਮਪੈਥੀ ਦਵਾਈ ਖਾਣੀ ਆ ਤੇ ਇੱਥੇ ਲੈ ਕੇ ਜਾਂ ਆਪਣੇ ਆਪ ਕੋਈ ਟਰਾਈ ਕਰਨ ਦੀ ਬਜਾਏ ਕਿਸੇ ਹੋਮਪੈਥ ਦੇ ਨਾਲ ਮਿਲ ਕੇ, ਔਰ ਇੱਥੇ ਦਾ ਇੱਕ ਰਿਸਰਚ ਹੋਈ ਹੈ, ਡਾਟਾ ਹੋਇਆ ਆ, ਔਰ ਇਹਦੇ ਵਿੱਚ ਕੀ ਹੈ ਕਿ ਸਾਡੇ ਦੇਸੀ ਜਿਹੜਾ ਸੁਭਾਅ ਹੈ ਉਹ ਜਾਂਦਾ ਨਹੀਂ। ਸਾਡੇ ਮੁਲਕਾਂ 'ਚ ਹੈ ਕਿ ਕੋਈ ਵੀ ਬਿਮਾਰੀ ਠੀਕ ਕਰ ਸਕਦੇ ਹਾਂ ਆਪਾਂ, ਹੈ ਨਾ, ਹੈ ਨਾ। ਆਪਾਂ ਕਹਿੰਦੇ ਤੁਸੀਂ ਕਿਸੇ ਨੂੰ ਵੀ ਫੋਨ ਕਰੋ ਤਾਂ ਤੁਸੀਂ ਕਿਸੇ ਦੇ ਨਾਲ ਵੀ ਗੱਲ ਕਰੋ, ਉਹ ਕਹਿ ਦਿੰਦਾ ਕਿ ਨਹੀਂ ਜੀ ਅਸੀਂ ਠੀਕ ਕਰਦੇ ਹਾਂ, ਹਾਲਾਂਕਿ ਉਹਦਾ ਕੋਈ ਡਾਟਾ ਨਹੀਂ ਆ, ਨਹੀਂ ਠੀਕ ਹੋ ਰਹੀ। ਲੇਕਿਨ ਜਦ ਇੱਥੇ ਆਪਾਂ ਉਸੇ ਚੀਜ਼ ਨੂੰ ਕਰਦੇ ਹਾਂ ਔਰ ਸਾਨੂੰ ਇੱਕ ਲਾਅ ਦੇ ਅਨੁਸਾਰ ਰਹਿਣਾ ਪੈਂਦਾ ਤਾਂ ਅਸੀਂ ਕਹਿੰਦੇ ਹਾਂ ਤੁਸੀਂ ਹੈਲਪ ਕਰ ਸਕਦੀ ਹੈ, ਤੁਸੀਂ ਟਰਾਈ ਕਰ ਲਓ, ਹੈ ਨਾ। ਔਰ ਉਹਦੇ ਵਿੱਚ ਸਾਡਾ ਮਕਸਦ ਇਹ ਹੁੰਦਾ ਕਿ ਅਸੀਂ ਪਹਿਲੀ ਵਾਰ ਨਹੀਂ ਟਰਾਈ ਕਰ ਰਹੇ, ਅਸੀਂ ਇਹ ਕਹਿ ਰਹੇ ਹਾਂ ਤੁਸੀਂ ਪਹਿਲੀ ਵਾਰ ਟਰਾਈ ਕਰ ਰਹੇ ਹਾਂ ਤੇ ਤੁਹਾਡੀ ਹੈਲਪ ਹੋਏਗੀ। ਤੁਸੀਂ ਇਹਨੂੰ ਜਦ ਤੱਕ ਵਰਤੋਂ ਨਹੀਂ ਕਰੋਗੇ ਤਦ ਤੱਕ ਪਤਾ ਕਿੱਦਾਂ ਚੱਲੇਗਾ। ਤਾਂ ਉਹ ਸ਼ਬਦ ਦੀ ਜਿਹੜੀ ਹੈ ਉਹ ਚੀਜ਼ ਹੈ। ਲੇਕਿਨ ਇੱਥੇ ਸਾਨੂੰ ਇਹ ਕਲੇਮ ਕਰਨਾ, ਗਰੰਟੀ ਦੇਣਾ, ਇਹ ਹੋਮਪੈਥੀ ਸੈਕਟਰ ਦੀ ਪ੍ਰਿੰਸੀਪਲ ਵੀ ਇਜਾਜ਼ਤ ਨਹੀਂ ਦਿੰਦੇ ਔਰ ਇੱਥੇ ਦੇ ਲਾਅ ਵੀ ਇਜਾਜ਼ਤ ਨਹੀਂ ਦਿੰਦੇ। ਦੇਖੋ ਸਾਡੀ ਜਿਹੜੀ ਦਵਾਈ ਬਣੀ ਆ ਉਹ ਸਾਡੀ ਮਾਈਂਡ ਬੋਡੀ ਸੋਲ ਨੂੰ ਰਿਸਟੋਰ ਕਰ ਰਹੀ ਆ, ਡਿਜ਼ੀਜ਼ ਨੂੰ ਟਾਰਗੇਟ ਨਹੀਂ ਕਰ ਰਹੀ, ਉਹ ਤੁਹਾਡੀ ਬੋਡੀ ਨੂੰ ਰਿਸਟੋਰ ਕਰ ਰਹੀ ਆ, ਹੈ ਨਾ। ਉਹਦੇ ਵਿੱਚ ਜਿਹੜੀ ਘਾਟ ਹੈਗੀ ਆ ਉਹਨੂੰ ਦੇ ਰਹੀ ਆ। ਤੇ ਇਸ ਕਰਕੇ ਸਾਡੇ ਲਾਅ ਹੋਮਪੈਥੀ ਦੇ ਜਿਹੜੇ ਪ੍ਰਿੰਸੀਪਲ ਆ ਉਹ ਵੀ ਇਸ ਚੀਜ਼ ਨੂੰ ਸਪੋਰਟ ਕਰਦੇ ਆ, ਔਰ ਇੱਥੇ ਦੇ ਜਿਹੜੇ ਲਾਅ ਆ ਉਹ ਵੀ ਇਹ ਕਹਿੰਦੇ ਆ ਕਿ ਕਲੇਮ ਜਾਂ ਕਿਸੇ ਵੀ ਚੀਜ਼ ਦੀ ਗਰੰਟੀ ਨਹੀਂ। ਤੇ ਆਪਾਂ ਕਈ ਵਾਰ ਅਨਪੜ੍ਹਤਾ ਜਾਂ ਕਮਰਸ਼ੀਅਲਾਈਜ਼ਡ ਮਾਈਂਡ ਵਿੱਚ ਰੱਖ ਕੇ ਉਹਨੂੰ ਕਹਿੰਦੇ ਜੇ ਆਪਾਂ ਉਹਦੀ ਜਗ੍ਹਾ ਉਹਦੀ ਹੈਲਪ ਕਰੀਏ, ਇੱਕ ਹੋਮਪੈਥੀ ਸਾਇੰਸ ਨੂੰ ਅਸੀਂ ਦਈਏ, ਹੈ ਨਾ। ਦੇਖੋ ਮੈਂ ਤਾਂ ਇੱਥੇ ਦੇਖਦਾ ਕਿ ਜਿਨ੍ਹਾਂ ਨੇ ਹੋਮਪੈਥੀ ਬਣਾਈ ਸੀ ਉਹਨਾਂ ਨੇ, ਪਰਮਾਤਮਾ ਨੇ ਇੰਨੀ ਬੜੀ ਚੀਜ਼ ਦਿੱਤੀ, ਵਰਤੋਂ ਕਰਕੇ ਉਹਦੇ ਵਿੱਚੋਂ ਫ੍ਰੀ ਸਾਰਾ ਕੁਝ ਦਿੱਤਾ ਹੈ, ਹਵਾ ਪਾਣੀ, ਦੇਖੋ ਸਾਰਾ ਕੁਝ ਸਾਨੂੰ ਫ੍ਰੀ ਦਿੱਤਾ ਹੈ ਨੇਚਰ ਨੇ, ਪਰਮਾਤਮਾ ਨੇ, ਹੈ ਨਾ। ਤੇ ਉसी ਬੇਸ ਤੇ ਇੱਕ ਹੋਮਪੈਥੀ ਦਾ ਨਿਰਮਾਣ ਹੋਇਆ ਤੇ ਆਪਾਂ ਸਿਰਫ ਔਰ ਸਿਰਫ ਜਿੱਥੇ ਹੋਮਪੈਥੀ ਵਰਤੋਂ ਕਰਕੇ ਜ਼ਿੰਦਗੀ ਬਦਲ ਸਕਦੀ ਹੈ, ਹੈ ਨਾ, ਕਿੰਨਾ ਉਹਦੀ ਹੈਲਪ ਕਰ ਸਕਦੇ ਹਾਂ ਅਸੀਂ। ਇਹ ਕਿੰਨੀ ਬੜੀ ਚੀਜ਼ ਹੈ ਕਿ ਅਸੀਂ ਇਹਨੂੰ ਦੇ ਸਕਦੇ ਹਾਂ। ਬਹੁਤ ਵੱਡੀ ਚੀਜ਼ ਹੈ ਵਿਨੋਦ ਜੀ, ਤੁਸੀਂ ਕਾਫੀ ਡੂੰਘੀ ਇਨਫੋਰਮੇਸ਼ਨ ਦਿੰਦੇ ਆ ਤਾਂ ਕਾਫੀ ਕੁਛ ਸਿੱਖਣ ਨੂੰ ਵੀ ਮਿਲ ਰਿਹਾ ਤੁਹਾਡੇ ਤੋਂ। ਹਾਂਜੀ, ਨਹੀਂ ਇਹ ਸਵਿਤਾ ਜੀ ਇਹਦੇ ਵਿੱਚ ਕੀ ਹੈ ਕਿ ਸਾਡਾ ਜਿਹੜਾ ਮੇਨ ਮਕਸਦ ਇਹ ਆ ਕਿ ਅਸੀਂ ਹੋਮਪੈਥੀ ਦੇ ਵਿੱਚ ਇਹ ਐਜੂਕੇਸ਼ਨ ਦੇਣਾ ਚਾਹੁੰਦੇ ਹਾਂ ਕਿ ਹੋਮੋਪੈਥਿਕ ਇੱਕ ਸਾਇੰਸ ਆ ਔਰ ਇੱਥੇ ਹਾਈ ਲੈਵਲ ਤੇ ਚੱਲ ਰਹੀ ਹੈ, ਉਹਨੂੰ ਕਿਤਾਬੀ ਗਿਆਨ ਨਾ ਸਮਝਾ ਜਾਏ। ਹਾਂ, ਉਹਨੂੰ ਆਵਾਗਾਨ, ਉਹਨੂੰ ਆਪਾਂ ਕਹਿ ਦਿੰਦੇ ਕਿ ਖੁਦ ਹੀ ਪੜ੍ਹ ਕੇ ਉਹਨੂੰ ਆਪਣਾ ਟ੍ਰੀਟਮੈਂਟ ਨਾ ਕੀਤਾ ਜਾਏ ਤਾਂ ਉਹ ਫਿਰ ਸਾਰੀ ਕਮਿਊਨਿਟੀ ਨੂੰ ਖਰਾਬ ਕਰਦੀ ਹੈ। ਇੱਕ ਵਿਅਕਤੀ ਦੀ ਗਲਤੀ ਸਾਰਿਆਂ ਨੂੰ ਭਰਨੀ ਪੈਂਦੀ ਹੈ। ਤੇ ਇਸ ਕਰਕੇ ਇੱਥੇ ਲਾਅ ਕੀ ਆ, ਕਿਹੜੀ ਬਿਮਾਰੀਆਂ ਠੀਕ ਹੋ ਸਕਦੀ ਹੈ, ਕਿੱਥੇ ਤੁਹਾਡੀ ਬਿਮਾਰੀਆਂ ਨੂੰ ਹੈਲਪ ਮਿਲ ਸਕਦੀ ਹੈ। ਲੇਕਿਨ 2-3 ਚੀਜ਼ਾਂ ਬਹੁਤ ਆਮ ਹੈਗੀਆਂ ਕਿ ਇਹਦੇ ਸਾਈਡ ਇਫੈਕਟ ਨਹੀਂ, ਇਹ ਇੰਟਰੈਕਸ਼ਨ ਨਹੀਂ ਕਰਦੀ, ਇਹ ਕੋਈ ਵੀ ਇੰਟਰਫੇਅਰ ਨਹੀਂ ਕਰਦੀ ਤੁਹਾਡੀ ਜੀਪੀ ਦੀ ਦਵਾਈ ਨਾਲ, ਬਲਕਿ ਤੁਹਾਨੂੰ ਤੁਹਾਡੀ ਤਾਕਤ ਦਿੰਦੀ ਹੈ ਤੁਹਾਨੂੰ, ਔਰ ਤੁਸੀਂ ਆਪਣੀ ਪ੍ਰੋਬਲਮ ਨੂੰ ਬਹੁਤ ਸੋਲਵ ਕਰ ਸਕਦੇ ਹੋ। ਔਰ ਜਿੱਥੇ ਕੰਪਲਿਕੇਟਿਡ ਬਿਮਾਰੀ ਆ ਉਹਦੇ ਵਿੱਚ ਤੁਸੀਂ ਆ ਕੇ ਉਹਦੇ 'ਤੇ ਗੱਲ ਕਰ ਸਕਦੇ ਹੋ, ਆਪਣੇ ਜੀਪੀ ਦੇ ਨਾਲ ਗੱਲ ਕਰ ਸਕਦੇ ਹੋ,
ਔਰ ਉਹਦੇ ਵਿੱਚ ਇੱਕ ਕੁਆਲਿਟੀ ਬੇਸਡ है ना एविडेंस बेस्ड मेडिसिन ट्रायल बेस्ड मेडिसिन ਜਿਹੜੀ ਇੱਥੇ ਦੀ ਕੰਪਨੀਆਂ ਬਣਾ ਰਹੀਆਂ ਔਰ ਉਹ ਵੀ 100 ਸਾਲ ਤੋਂ ਹਾਂਜੀ ਹੈ ਨਾ ਚਲੋ ਇੱਥੇ ਮੈਂ ਤੁਹਾਨੂੰ ਰੋਕਦੀ ਹਾਂ ਸੌਰੀ ਸੌਰੀ ਹੁਣ ਸਾਡਾ ਟਾਈਮ ਵੀ ਹੋ ਰਿਹਾ ਐਂਡ ਥੈਂਕ ਯੂ ਵੈਰੀ ਮਚ ਬਹੁਤ ਅੱਛੀ ਇਨਫੋਰਮੇਸ਼ਨ ਤੁਸੀਂ ਦੇ ਰਹੇ ਆ ਆਪਾਂ ਫੁੱਲਫਿਲ ਕਰਾਂਗੇ ਹੁਣ ਅੱਗੇ ਮੋਰ ਐਪੀਸੋਡਸ ਵਿੱਚ So thank you very much for watching Kanchi TV ਮਿਲਾਂਗੇ ਆਪਾਂ ਨੈਕਸਟ ਐਪੀਸੋਡ ਵਿੱਚ ਬਿਲਕੁਲ ਥੈਂਕ ਯੂ ਸਵਿਤਾ ਜੀ ਹਾਂਜੀ ਔਰ ਤੁਸੀਂ ਸਾਰੇ ਵਿਊਅਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਆਪਣੀ ਸਿਹਤ ਦਾ ਖਿਆਲ ਰੱਖੋ ਔਰ ਆਪਣੀ ਜ਼ਿੰਦਗੀ ਦੇ ਵਿੱਚ ਸਟ੍ਰੈਸ ਨਹੀਂ ਬਲਕਿ ਚੜ੍ਹਦੀ ਕਲਾ 'ਚ ਪਰਮਾਤਮਾ ਰੱਖੇ ਔਰ ਸਟ੍ਰੈਸ ਫ੍ਰੀ ਰੱਖੇ ਸਭ ਨੂੰ ਜ਼ਰੂਰ ਥੈਂਕ ਯੂ ਵੈਰੀ ਮਚ ਸਤਿ ਸ੍ਰੀ ਅਕਾਲ